ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵੈਲਕਮ ਜੀ, ਸਵਾਗਤ ਹੈ ਪਟਿ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਹੋਰ ਸੁਣਾਓ, ਠੀਕ ਠਾਕ ਹੋ? ਬੜੀ ਕਿਰਪਾ ਜੀ। ਜੀ ਸਵਾਗਤ ਹੈ ਅੱਜ ਦੀ ਇਸ ਮਹਿਫਲ ਦੇ ਵਿੱਚ। ਔਰ ਇੱਕ ਡਿਜ਼ਾਈਨਰ ਜਿਹੜਾ ਹੈ ਉਹ ਬਾਕਮਾਲ ਕੰਮ ਕਰਦਾ ਹੈ, ਤੇ ਜਦੋਂ ਇੱਕ ਦੀ ਥਾਂ ਤੇ ਦੋ ਹੋ ਜਾਣ ਤੇ ਦੋ ਕਹਿੰਦੇ 11 ਹੁੰਦੇ ਹਨ। ਹੁਣ ਕਿੰਨੇ 11 ਹੋਣੇ ਨੇ ਅੱਗੇ ਪਤਾ ਕੋਈ ਨਹੀਂ, ਪਰ ਕੰਗਣਾ ਰਣੌਤ ਜਿਸ ਤਰੀਕੇ ਦੇ ਨਾਲ ਐਕਸ਼ਨ ਲੈ ਰਹੀ ਹੈ, ਜਿਸ ਤਰੀਕੇ ਦੇ ਨਾਲ ਉਹ ਟਵੀਟ ਕਰ ਰਹੀ ਹੈ, ਜਿਸ ਤਰੀਕੇ ਨਾਲ ਉਹ ਬੋਲ ਰਹੀ ਹੈ, ਜਿਸ ਤਰੀਕੇ ਦੇ ਨਾਲ ਉਹ ਬਿਆਨ ਦੇ ਰਹੀ ਹੈ, ਉੱਥੇ ਨਾ ਬਹੁਤ ਕੁਝ ਕਹਿ ਸਕਦੇ ਹਾਂ, ਪਰ ਐਜ਼ ਏ ਔਰਤ ਹੋਣ ਦੇ ਨਾਤੇ ਉਹਦੀਆਂ ਇਹਨਾਂ ਟਿੱਪਣੀਆਂ ਦੇ ਉੱਤੇ ਇੱਕ ਪੱਤਰਕਾਰ ਹੋਣ ਦੇ ਨਾਤੇ ਵੀ, ਜਾਂ ਕਹਿ ਲਓ ਕਿ ਇੱਕ ਹੋਸਟ ਹੋਣ ਦੇ ਨਾਤੇ ਵੀ ਥੋੜ੍ਹਾ ਸੰਜਮ ਰੱਖਣਾ ਪੈਂਦਾ। ਉਹਨੇ ਤਾਂ ਜੋ ਬੋਲਤਾ, ਜੋ ਕਰ ਰਹੀ ਹੈ, ਹਾਂਜੀ ਉਹਦੀ ਆਪਣੀ ਸੋਚ ਹੈ। ਉਹਨੇ ਦੇਸ਼ ਦੀ ਉਸ ਸੂਬੇ ਦੀ ਉਸ ਜਨਤਾ ਨੂੰ ਜਿਹਨੇ ਲੱਖਾਂ ਦੀ ਤਾਦਾਦ ਦੇ ਵਿੱਚ ਵੋਟਾਂ ਪਾ ਕੇ ਇੱਕ ਪਾਰਟੀ ਨੂੰ ਜਿਤਾਇਆ, ਉਹਨਾਂ ਨੂੰ ਦੇਸ਼ ਧਰੋਹੀ ਕਿਹਾ ਹੈ। ਜਿਹੜੀ 7 ਵਾਰ ਮੈਂਬਰ ਪਾਰਲੀਮੈਂਟ ਬਣੀ ਹੈ, 3 ਵਾਰ ਉਹ ਮੁੱਖ ਮੰਤਰੀ ਬਣਨ ਲੱਗੀ ਹੈ, ਤੇ ਜਿਹੜੀ ਮੋਦੀ ਸਾਹਿਬ ਨੂੰ ਕੱਪੜੇ ਵੀ ਭੇਜਦੀ ਹੈ ਬਣਾ ਕੇ। ਬਿਲਕੁਲ ਠੀਕ ਹੈ ਜੀ। ਸੂਟ ਮਤਲਬ ਕੁੜਤਾ ਪਜਾਮਾ ਦਾ ਕੱਪੜਾ ਜਿਹੜਾ ਮੋਦੀ ਸਾਹਿਬ ਆਪ ਮੰਨਦੇ ਨੇ ਕਿ ਮਮਤਾ ਦੀਦੀ ਨੇ ਭੇਜਿਆ ਤੋਹਫਾ, ਉਹਨੂੰ ਕੀ ਰੁਤਬਾ ਦੇ ਰਹੀ ਹੈ ਬੀਬੀ ਸਮਝ ਤੋਂ ਬਾਹਰ ਹੈ। ਚਲੋ ਇਹ ਰਾਜਨੀਤੀ ਆ, ਕਿੱਥੇ ਜਾਣਾ ਚਾਹੁੰਦੀ ਹੈ, ਕੀ ਕਰਨਾ ਚਾਹੁੰਦੀ, ਕੀ ਉਹਦੀ ਸੋਚ ਹੈ। ਉਹਨੇ ਆਪਣਾ ਅਕਲ ਦਾ ਜਨਾਜ਼ਾ ਤੇ ਕੱਢ ਹੀ ਲਿਆ, ਅਸੀਂ ਕਿਉਂ ਬੋਲੀਏ। ਉਹਦੇ ਟਵਿੱਟਰ ਖਾਤਾ ਬੰਦ ਹੋਣ ਤੋਂ ਉਪਰੰਤ ਉਸਦੇ 2 ਡਿਜ਼ਾਈਨਰਾਂ ਨੇ ਕੰਗਨਾ ਨੂੰ ਅਲਵਿਦਾ ਕਹਿ ਦਿੱਤਾ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਤੁਸੀਂ ਕੰਗਣਾ ਰਣੌਤ ਦੀ ਗੱਲ ਕੀਤੀ ਹੈ ਤੇ ਮਮਤਾ ਦੀਦੀ ਦੀ ਗੱਲ ਕੀਤੀ, ਜਿਹੜੇ ਕੱਪੜੇ ਦੀ ਤੁਸੀਂ ਗੱਲ ਕੀਤੀ, ਕੱਪੜਾ ਇਹੋ ਜਿਹਾ ਕੱਪੜਾ ਜਿਹੜਾ ਬੰਗਾਲ ਦੇ ਵਿੱਚ ਬਣਦਾ ਜੀ, ਉਹਨੂੰ ਮਾਇਆ ਲਾਉਣ ਦੀ ਲੋੜ ਨਹੀਂ ਪੈਂਦੀ। ਉਹਨੂੰ ਧੋ ਕੇ ਪ੍ਰੈਸ ਕਰਕੇ ਪਾ ਲਓ ਤੇ ਫਿਰ ਆਕੜਿਆ ਉਸੇ ਦੇ ਉਸੇ ਰਹਿੰਦਾ। ਇਸ ਕਰਕੇ ਮਮਤਾ ਨੇ ਸਪੈਸ਼ਲ ਜਿਹੜੇ ਸੀ ਕੁੜਤੇ ਜਾਵੇਂ ਮੋਦੀ ਸਾਹਿਬ ਨੂੰ ਭੇਜੇ ਸੀ, ਤੇ ਮੋਦੀ ਸਾਹਿਬ ਕਹਿੰਦੇ ਨਹੀਂ ਕਿ ਮਮਤਾ ਦੀਦੀ ਨੇ ਭੇਜਿਆ ਇਹਨੂੰ। ਅੱਛੀ ਗੱਲ ਆ, ਮਾੜੀ ਗੱਲ ਕੋਈ ਨਹੀਂ। ਵੇਖੋ ਪੋਲੀਟੀਕਲ ਗੱਲਾਂ ਕੁਝ ਹੋਰ ਹੁੰਦੀਆਂ ਤੇ ਜਾਤੀ ਰਿਲੇਸ਼ਨ ਜਿਹੜੇ ਵੱਖਰੇ ਹੁੰਦੇ, ਉਹਦੀ ਕੋਈ ਗੱਲ ਨਹੀਂ। ਕੰਗਨਾ ਰਣੌਤ ਜਿਹੜੀ ਆ ਉਹ ਭਾਂਤ ਦੀ ਜੋ ਟਿੱਪਣੀਆਂ ਕਰਦੀ ਆ, ਫਿਰ ਉਹਨੂੰ ਕਈ ਗੱਲਾਂ ਦਾ ਸਾਹਮਣੇ ਕਰਨਾ ਪੈਂਦਾ। ਉਹ ਚਾਹੁੰਦੀ ਕੀ ਹੈ ਵਿੱਚ? ਤੁਹਾਨੂੰ ਪਤਾ ਹੋਏਗਾ 2002 ਦੇ ਵਿੱਚ ਕਿ 4 ਦੇ ਵਿੱਚ ਜਦੋਂ ਉੱਥੇ ਹੋਏ ਸੀ ਦੰਗੇ ਹੋਏ ਸੀ ਗੁਜਰਾਤ ਦੇ ਵਿੱਚ, ਜਿਹੜੀ ਸਿਮਰਤੀ ਇਰਾਨੀ ਸੀ ਉਹਨੇ ਟਿੱਪਣੀ ਕੀਤੀ ਸੀ ਮੋਦੀ ਦੇ ਅਸਤੀਫਾ ਦੇ ਵਿੱਚ, ਇਹ ਇੱਥੇ ਰਾਜਨੀਤੀ ਕਰ ਰਿਹਾ, ਗੁੰਡਾਗਰਦੀ ਕਰ ਰਿਹਾ। ਸਿਮਰਤੀ ਇਰਾਨੀ ਦੇ ਤੇ ਦਬਾਅ ਪਾਇਆ ਗਿਆ ਤੇ ਉਹਨੂੰ ਲਿਖ ਕੇ ਦਿੱਤਾ ਗਿਆ ਕਿ ਤੂੰ ਇਹ ਗੱਲ ਕਹਿ ਵੀ ਮੇਥੋਂ ਗਲਤੀ ਨਾ ਹੋ ਗਿਆ। ਉਹ ਗਲਤੀ ਮੰਨਣ ਤੋਂ ਬਾਅਦ ਫਿਰ ਸਿਮਰਤੀ ਇਰਾਨੀ ਜਿਹੜੀ 2 ਵਾਰੀ ਮੰਤਰੀ ਵੀ ਬਣ ਚੁੱਕੀ ਹੈ, ਲੋਕ ਸਭਾ ਮੈਂਬਰ ਵੀ ਬਣ ਚੁੱਕੀ ਹੈ, ਤੇ ਕੰਗਨਾ ਰਣੌਤ ਚਾਹੁੰਦੀ ਵੀ ਮੇਰੇ ਨਾਲ ਵੀ ਇਹੋ ਜਿਹਾ ਵਿਹਾਰ ਕੀਤਾ ਜਾਵੇ ਤੇ ਮੈਨੂੰ ਵੀ ਕਿਤੇ ਟਿੱਕਣੇ ਲਾਇਆ। ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ। ਠੀਕ ਹੈ ਜੀ। 34 ਸਾਲ ਦੀ ਉਹਦੀ ਉਮਰ ਆ। ਜਿੱਦਣ ਉਹਨੇ ਮਾਤਾ ਭਿੰਦਰ ਕੌਰ ਦੇ ਖਿਲਾਫ ਟਿੱਪਣੀ ਕੀਤੀ ਸੀ, ਤੇ ਮੈਂ ਇਹ ਗੱਲ ਦੀ ਤੁਹਾਨੂੰ ਵਧਾਈ ਦੇਵਾਂਗਾ ਵੀ ਕਦੀਆਂ ਸਿੱਖ ਨਹੀਂ, ਹਿੰਦੂ ਕੁੜੀਆਂ ਨੇ ਬੜੀ ਇਹਨੂੰ ਜਿਹੜੀ ਸੀ ਲਰੇਲ ਬਣਾਈ ਸੀ। ਉਹਨਾਂ ਨੇ ਇੱਥੋਂ ਤੇ ਕਿਹਾ ਸੀ ਤੂੰ ਆਪਣੀ ਸਿਕਿਉਰਿਟੀ ਛੱਡ ਕੇ ਬਾਹਰ ਨਿਕਲ ਕਰੀ। ਬਿਲਕੁਲ। ਹੁਣ ਵੀ ਇਹਨੂੰ ਅਸੀਂ ਦੱਸਦੇ ਵੀ ਪੰਜਾਬਣਾ ਕੀ ਹੁੰਦੀ ਹੈ। ਹੁਣ ਵੀ ਛੋਟੀਆਂ ਬੱਚੀਆਂ ਨੇ ਮਤਲਬ ਹਿੰਦੀ ਦੇ ਵਿੱਚ ਵੱਖ-ਵੱਖ ਸੂਬਿਆਂ ਤੋਂ ਕਾਫੀ ਲਾਹਨਤਾਂ ਭੇਜੀਆਂ ਨੇ, ਇਹਨੂੰ ਲਾਹਨਤਾਂ ਭੇਜੀਆਂ ਸੀ। ਔਰ ਮੁੜ ਕੇ ਇਹਨੇ ਫਿਰ ਕਿਹਾ ਸੀ ਮੈਨੂੰ ਖਤਰਾ ਵਾ ਜੀ, ਤੇ ਜਿੰਨੇ ਮੇਰੇ ਕੇਸ ਚੱਲਦੇ ਉਹ ਹਿਮਾਚਲ ਟ੍ਰਾਂਸਫਰ ਕੀਤੇ ਜਾਣ। ਉਹਨੇ ਜਿੱਥੇ ਮਰਜ਼ੀ ਟ੍ਰਾਂਸਫਰ ਕਰ ਲਾ, ਅਸੀਂ ਤੇਰੇ ਪਿੱਛੇ ਆਵਾਂਗੇ, ਕੋਈ ਗੱਲ ਨਹੀਂ। ਸਿਰਫ ਗੱਲ ਇੱਕ ਹੋਇਆ ਵੀ ਜੇ ਕਿਤੇ ਸਿਮਰਤੀ ਇਰਾਨੀ ਤੋਂ ਪੁੱਛ ਸਕਦੀ ਫਿਰ ਮੈਂ ਕਿਉਂ? ਹੁਣ ਤੂੰ ਦੇਸ਼ ਧਰੋਹੀ ਕਿਹਾ, ਤੂੰ ਇਹ ਵੀ ਗੱਲ ਕਹੀ ਆ ਜਿਹੜਾ ਬੰਗਾਲ ਆ ਉਹ ਕਸ਼ਮੀਰ ਵੱਲ ਵੱਧ ਰਿਹਾ, ਉਹ ਤੇ ਗੱਲ ਦੇਸੀ ਰਹੀ ਆ। ਜਿਸ ਤਰ੍ਹਾਂ ਉੱਥੇ ਦੰਗੇ ਪਸਾਰ ਹੋਏ, ਜੇ ਨਾ ਕੰਟਰੋਲ ਕੀਤੇ ਤੇ ਕਹਿ ਦਿੱਤਾ ਕੁਛ ਆਗੂਆਂ ਨੇ, ਇਹਨਾਂ ਨੇ ਬੀਜੇਪੀ ਦੇ ਤੇ ਰਾਸ਼ਟਰ ਵੀ ਰਾਜ ਲਾਗੂ ਕਰ ਦਿੱਤਾ ਜਾਵੇਗਾ। ਨੈਚੁਰਲੀ ਹੈਗਾ ਹੀ ਆ। ਦਿੱਲੀ ਦੇ ਵਿੱਚੋਂ ਤੁਸੀਂ ਪਰ ਕੱਟੇ ਨੇ ਕੇਜਰੀਵਾਲ ਦੇ, ਤੇ ਹੁਣ ਤੁਹਾਡੇ ਕੋਲ ਇੱਕੋ ਹੀ ਰਸਤਾ ਪਰ ਕੱਟਣ ਦੇ, ਮਮਤਾ ਵੀ ਤੁਸੀਂ ਉੱਥੇ ਆਪਣਾ ਜਿਹੜਾ ਵਾ ਜਿਹੜਾ ਸੀ ਗੁਰਨੀ ਰਾਜ ਕਰਦੇ।
ਜੇ ਕੀਤਾ ਤੇ ਦੰਗੇ ਫਸਾਦ ਵਧਣਗੇ, ਘਟਣਗੇ। ਇਸ ਕਰਕੇ ਜੋ ਕਰਨਾ ਸੋਚ ਸਮਝ ਕੇ ਕਰੋ। ਹੁਣ 2 ਡਿਜ਼ਾਈਨਰ ਨੇ ਉਹਦੇ, ਟਾਪ ਦੇ ਡਿਜ਼ਾਈਨਰ ਸੀ ਉਹਦੇ ਜਿਹੜੇ, ਉਹਨਾਂ ਕਿਹਾ ਵੀ ਇਹਨੇ ਤੇ ਕਿਸੇ ਨੇ ਕਿ ਜੁੱਤੀਆਂ ਖਾਈ ਨਾਲ ਸਾਨੂੰ ਪਊਗੀ। ਹੁਣ ਲਫ਼ਜ਼ ਵਿੱਚ ਗਲਤ ਵਰਤਣ ਨਹੀਂ ਚਾਹੀਦਾ ਬੰਦੇ ਦੇ ਬਾਰੇ, ਲੇਕਿਨ ਉਹ ਛੱਡ ਕੇ ਚਲੇ ਗਏ। ਉਹ ਕਹਿੰਦੇ ਵੀ ਤੂੰ ਤੇ ਕੋਈ ਕੰਮ ਕਰਨ ਸਕਣਾ ਨਹੀਂ ਇੰਡੀਪੈਂਡੈਂਟਲੀ, ਤੇ ਸਾਡੇ ਨਿਆਣੇ ਤੇ ਭੁੱਖੇ ਮਾਰਦੀ ਹੋ। ਉਹਨਾਂ ਕਿ ਅਸੀਂ ਜਾ ਰਹੇ ਕਿਸੇ ਹੋਰ ਕੰਮ ਕਰ ਲਾਂਗੇ। ਡਿਜ਼ਾਈਨਰ ਬਹੁਤ ਵਧੀਆ ਦੱਸਦੇ ਸੀ, ਬਹੁਤ ਬੰਦੇ ਸੀ, ਉਹ ਚੁਣ ਕੇ ਲਾਇਆ ਸੀ ਇਹਨੇ ਬਥੇਰੀ ਕੋਸ਼ਿਸ਼ ਕੀਤੀ ਰੋਕਣ ਦੀ, ਪਰ ਨਹੀਂ ਬੀਬੀ ਅਸੀਂ ਤੇਰੇ ਤਾਂ ਕੰਮ ਨਹੀਂ ਕਰ ਸਕਦੇ। ਮੈਨੂੰ ਅਸੀਂ ਆਪਣੇ ਨਿਆਣੇ ਵੇਖੋ, ਸਮਝਣ ਵਾਲੇ ਸਮਝ ਜਾਣਗੇ। ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਕਿਸੇ ਦੀ ਇੱਜ਼ਤ ਆ, ਕਿਸੇ ਦੀ ਮਾਂ ਆ, ਚਲੋ ਉਹ ਮੂੰਹ ਫੱਟ ਹੈ, ਬੋਲਡ ਕਹਿੰਦੀ ਹੈ, ਮੈਂ ਬੜਾ ਕੁਝ ਬੋਲਦੀ ਆ, ਚਲੋ ਮੈਂ ਡਿਨਾਈ ਨਹੀਂ ਕਰਦਾ ਉਹਦੀ ਬੋਲਡਨੈਸ ਦਾ। ਇੱਥੇ ਅੰਜੂ ਜੀ ਜਦੋਂ ਸਾਹਮਣੇ ਬੈਠੇ ਹੁੰਦੇ ਆ, 1-2 ਗੱਲਾਂ ਉਹਨੇ ਕੀਤੀਆਂ ਕਿ ਬੜੀ ਤਿੱਖੀ ਬੋਲਦੀ ਹੈ, ਬੜੀ, ਕਿਉਂਕਿ ਮੈਂ ਖੁਦ ਬੋਲਡ ਬੋਲਦਾ, ਅਤੇ ਮੈਨੂੰ ਇਹੋ ਜਿਹੇ ਲੋਕਾਂ ਦਾ ਬੜਾ ਮਤਲਬ ਚੰਗਾ ਲੱਗਦਾ ਕਿ ਯਾਰ ਸੱਚੀ ਕਰਕੇ। ਪਰ ਇੰਨਾ ਤੁਸੀਂ ਮਤਲਬ ਨਾ ਇੱਕ ਡੱਬੂ ਵਾਂਗੂ ਪਟਾ ਪਵਾ ਲਓ, ਹੈ ਨਾ, ਵੀ ਬੋਲਣਾ ਉਸੇ ਦਾ ਹੀ ਆ, ਹੈ ਨਾ, ਅਤੇ ਉਸੇ ਦੀ ਪੂਛ ਲਾਈ ਜਾਣੀ ਆ, ਉਹ ਗਲਤ ਗੱਲ ਆ। ਉਹ ਉੱਥੇ ਆ ਕੇ ਥੋੜ੍ਹਾ ਜਿਹਾ ਮੈਂ ਡਿਫਰ ਕਰਦਾ। ਮਤਲਬ ਇਹ ਆ ਕਿ ਇਹਨੇ ਜੋ ਕੁਝ ਕਹਿ ਦਿੱਤਾ, ਉਹ ਤੁਸੀਂ ਮਤਲਬ ਸਿਮਰਤੀ ਇਰਾਨੀ ਦੀ ਗੱਲ ਕੀਤੀ ਹੈ, ਤੁਸੀਂ ਅੱਜ ਤੋਂ 2002 ਦੀ ਆਰੇ ਗੱਲ ਕਹੀ ਹੈ ਨਾ ਵੀ ਉਹ ਵਿਰਾਟ ਰੂਪ ਧਾਰ ਕਰਕੇ ਆਓ, ਹੁਣ 2002 ਦੇ ਤੁਸੀਂ ਉਦੋਂ ਪੁਰਾਣੇ ਸੀਨੀਅਰ ਪੱਤਰਕਾਰ ਹੋ। ਸਿਮਰਤੀ ਇਰਾਨੀ ਦੀਆਂ ਉਸ ਵਕਤ ਦੀਆਂ ਵੀਡੀਓ ਬਾਈਟਸ, ਉਸ ਵਕਤ ਦੇ ਟੈਲੀਵਿਜ਼ਨ, ਉਸ ਵਕਤ ਦੀਆਂ ਇਹਦੀਆਂ ਅਖਬਾਰਾਂ ਦੀਆਂ ਕਟੀਆਂ ਕੱਢ ਲਓ। ਇਹਨੇ ਉਸ ਵਕਤ ਨਰਿੰਦਰ ਮੋਦੀ ਜੀ ਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਸੀ, ਬਿਲਕੁਲ। ਉਸ ਵਕਤ ਸਿਮਰਤੀ ਇਰਾਨੀ ਦੀ ਗੱਲ ਕਰ ਰਿਹਾ ਮੈਂ, ਜਿਹੜੇ ਜਾਣਦੇ ਹੋਣਗੇ, ਜਿਨ੍ਹਾਂ ਨੂੰ ਸ਼ਾਇਦ ਸੁਚੇਤ ਹੋਣਗੇ। ਉਦੋਂ ਚੰਦ ਰੇਡੀਓ ਟੈਲੀਵਿਜ਼ਨ ਹੁੰਦੇ ਸਨ, ਅਤੇ ਉਹਦੇ 'ਤੇ ਇਹਦੇ ਬਿਆਨ ਛਾਪਦੇ ਤੇ ਵੀਡੀਓ ਆਉਂਦੀ ਸੀਗੀ। ਇਹ ਪਾਣੀ ਪੀ ਕੇ ਕੋਸਦੀ ਸੀਗੀ ਗੁਜਰਾਤ ਦੇ ਵਿੱਚ, ਜੋ ਹੋਇਆ ਮਨੁੱਖਤਾ ਦਾ ਘਾਣ ਹੋਇਆ, ਇਨਸਾਨੀਅਤ ਦਾ ਘਾਣ ਹੋਇਆ। ਪਤਾ ਨਹੀਂ ਫਿਰ ਕਿਹੜੀ ਉਹਨਾਂ ਨੇ ਗਿੱਦੜ ਸਿੰਘੀ ਸੰਘਾਈ ਹੈ ਕਿ ਇਹਨੇ ਬੀਬੀ ਨੇ ਇਹੋ ਜਿਹੀ ਯੂ ਟਰਨ ਮਾਰੀ ਹੈ ਕਿ ਮੁੜ ਕੇ ਉਹਨਾਂ ਬਿਆਨਾਂ ਨੂੰ ਇਹ ਕੱਟਿਆ। ਇਸੇ ਤਰ੍ਹਾਂ ਇਹਦੀ ਹਾਲਤ ਹੈ। ਸੋ ਕਿਸੇ ਦੀ ਧੀ ਆ, ਕਿਸੇ ਦੀ ਭੈਣ ਆ, ਪਰ ਜਦੋਂ ਸਵੇਰੇ ਨਾ ਸਾਡੇ ਕੋਈ ਬੰਦੇ ਇਹੋ ਜਿਹੇ ਰਾਤ ਦੀ ਲੱਥੀ ਨਾ ਹੋਵੇ, ਉਤਰੀ ਨਾ ਹੋਵੇ ਨਾ, ਤਾਂ ਰਾਤ ਵਾਲੇ ਉਹ ਵਪਾਰੀ ਜਿਹੜੇ ਪੁੱਠੇ ਸਿੱਧੇ ਜਿਹੇ ਬਿਆਨ ਦਿੰਦੇ ਹੁੰਦੇ ਖਾਧੀ ਪੀਤੀ 'ਚ, ਹੈ ਨਾ, ਅਤੇ ਮੈਨੂੰ ਕੋਈ ਹਾਲਾਤ ਇਹੋ ਜਿਹੇ ਲੱਗਦੇ ਨੇ ਵੀ ਐਡੇ ਬਿਆਨ ਇੱਦਾਂ ਦੇਣੇ, ਇੱਦਾਂ ਪਖੰਡ ਕਰਕੇ ਰੋਣਾ। ਯਾਰ ਕੋਈ ਸ਼ਰਮ ਹਿਆ ਕਰੋ ਥੋੜ੍ਹੀ ਬਹੁਤੀ ਤੁਸੀਂ, ਹੈ ਨਾ। ਮਤਲਬ ਤੁਹਾਡੀ ਗੱਲ ਠੀਕ ਹੈ ਜੀ, ਬੋਲਡਨੈਸ ਹੋਣਾ ਮਾੜੀ ਗੱਲ ਨਹੀਂ, ਸੱਚ ਨੂੰ ਸੱਚ ਕਹਿਣਾ ਚੰਗੀ ਗੱਲ, ਲੇਕਿਨ ਉਹਦਾ ਤਰੀਕਾ ਹੋਣਾ ਚਾਹੀਦਾ। ਆਪਾਂ ਅੱਗੇ ਕੋਈ ਗੱਲ ਕਹੀ ਹੈ ਵੀ ਕਿਸੇ ਬੰਦਾ ਤੁਰ ਜਾਵੇ ਤਾਂ ਕਿ ਮੁੰਡੇ ਨੂੰ ਕਹੀ ਆ ਤੇਰਾ ਫਾਦਰ ਜਾਦੇ, ਕਹਿੰਦੇ ਹਾਂ ਮੇਰੇ ਫਾਦਰ ਜਾਦੇ। ਤੇ ਜੇ ਕੀ ਤੇਰੀ ਮਾਂ ਦਾ ਖਸਮ ਜਾਂਦਾ, ਗੱਲ ਤਾਂ ਇੱਕੋ ਹੀ ਹੈ, ਲੇਕਿਨ ਕਹਿਣ ਦਾ ਤਰੀਕਾ ਵੱਖੋ ਵੱਖਰਾ। ਬੋਲਡਨੈਸ ਹੈਗੀ ਜੇ ਤੁਸੀਂ ਤਰੀਕੇ ਨਾਲ ਗੱਲ ਕਰੋ, ਲੋਕੀ ਪਸੰਦ ਕਰਨਗੇ। ਜੇ 60% ਸੁੱਟਾ ਮਾਰੋਗੇ ਤਾਂ ਲੋਕੀ ਨਾਰਾਜ਼ ਵੀ ਹੋਣਗੇ, ਕਈ ਬੰਦੇ ਵੀ ਨਹੀਂ ਗਲਤ ਕੀਤਾ ਜੀ। ਇਸ ਕਰਕੇ ਕੰਗਣਾ ਰਣੌਤ ਨੂੰ ਚਾਹੀਦਾ ਹੈ ਕਿ ਜੇ ਤੂੰ ਆਪਣੀ ਗੱਲ ਕਰਨੀ, ਤੈਨੂੰ ਅਸੀਂ ਪਿੱਠ ਠੋਕਣ ਤੋਂ ਰੋਕਦੇ ਨਹੀਂ। ਮੋਦੀ ਸਾਹਿਬ ਦੀ ਡਟ ਕੇ ਪਿੱਠ ਠੋਕ। ਵੇਖੋ ਮੋਦੀ ਦੀ ਇੱਕ ਗੱਲ ਹੈਗੀ ਆ ਵੀ ਉਹ ਇੱਕ ਹਿਸਾਬ ਦਾ ਨਿਰੰਕੁਸ਼ ਜਿਹਾ ਬਾਦਸ਼ਾਹ ਬਣਿਆ ਬੈਠਾ। ਟਾਲਾ ਸਾਹਿਬ ਨਾਲ ਗੱਲ ਜੋੜੀ ਦਿਆਂ, ਹੁਣ 2004 ਦੇ ਵਿੱਚ ਸੁਨਾਮੀ ਆਈ ਇੱਥੇ, ਕਈ ਦੇਸ਼ਾਂ ਨੇ ਹੈਲਪ ਵਾਸਤੇ ਕਿਹਾ ਤੇ ਡਾਕਟਰ ਮਨਮੋਹਨ ਸਿੰਘ ਨੇ ਇੰਨੀ ਗੱਲ ਕਿ ਨਹੀਂ, ਜਿਹੜਾ ਭਾਰਤ ਆ ਉਹ ਆਪਣੇ ਆਤਮ ਨਿਰਭਰ ਹੈਗਾ, ਕੋਈ ਲੋੜ ਨਹੀਂ ਕਿਸੇ ਹੈਲਪ ਦੀ। 2004 ਤੋਂ ਲੈ ਕੇ ਤੇ 2014 ਤੱਕ ਤੁਸੀਂ ਵਿਖਾ ਦਿਓ ਜਿੰਨੀਆਂ ਵੀ ਆਫਤਾਂ ਆਈਆਂ, ਉਹਦਾ ਟਾਕਰਾ ਸਾਡੀ ਸਰਕਾਰ ਨੇ ਆਪ ਕੀਤਾ, ਲੋਕਾਂ ਨੇ ਆਪ ਕੀਤਾ। ਸਿੱਖਾਂ ਨੇ ਜਾ ਕੇ ਕੇਰਲਾ 'ਚ ਜਾ ਕੇ ਲੈ ਲਓ, ਕਲਕੱਤਾ ਜਾ ਕੇ ਲੰਗਰ ਲਾਤੇ, ਭਾਈ ਤੁਹਾਨੂੰ ਲੰਗਰ ਦੀ, ਤੁਹਾਨੂੰ ਟੈਂਟ ਦੀ, ਰਹਿਣ ਦੀ, ਸਹਿਣ ਦੀ, ਕੱਪੜੇ ਦੀ ਕੋਈ ਦਿੱਕਤ ਨਹੀਂ ਆਊਗੀ। ਖਾਲਸਾ ਇਹਨੇ ਬੜਾ ਕੰਮ ਕੀਤਾ, ਸਰਕਾਰ ਨੇ ਆਪ ਬਹੁਤ ਕੰਮ ਕੀਤਾ, ਔਰ ਕੰਮ ਕਰਨ ਵਾਲੇ ਨੂੰ ਸਰਕਾਰ ਨੇ ਸਨਮਾਨਿਤ ਵੀ ਕੀਤਾ। ਲੇਕਿਨ 2014 ਤੋਂ ਬਾਅਦ ਅਸੀਂ ਮੰਗਤੇ ਬਣ ਗਏ। ਅੱਜ ਸਾਨੂੰ ਫਲਾਣੀ ਚੀਜ਼ ਭੇਜੋ ਜੀ, ਢੀਵੀ ਚੀਜ਼ ਭੇਜੋ ਜੀ। ਇਹ ਸਾਡੀ ਜਿਹੜੀ ਆਤਮ ਨਿਰਭਰ ਸੀ ਉਹਨੂੰ ਵੀ ਲੱਗਾ ਵਾ, ਰੋਗ ਲੱਗਾ ਵਾ ਜੀ। ਲੇਕਿਨ ਮੋਦੀ ਸਾਹਿਬ ਮਜਬੂਰ ਕਿਉਂ ਨਾ ਸਾਨੂੰ ਸਮਝਦੇ ਹੋ, ਜਿੰਨੀ ਉਹਨਾਂ ਕੋਲ ਸ਼ਕਤੀ ਆ, ਜੇ ਉਹ ਸ਼ਕਤੀ ਸਹੀ ਤਰੀਕੇ ਨਾਲ ਗੱਲ ਆਪਾਂ ਫਿਰ ਤੇ ਕਰਦੇ ਕਿ ਬੋਲਡਨੈਸ ਦੀ ਤੁਸੀਂ ਵਰਤੋਂ ਸਹੀ ਤਰੀਕੇ ਨਾਲ ਕਰੋ ਨਾ,
ਉਹਦੇ ਅਰਥ ਕੁਝ ਹੋਰ ਨਿਕਲਣਗੇ। ਜੇ ਤੁਸੀਂ ਸਿੱਧੇ ਤਰੀਕੇ ਕਰੋਗੇ ਤੇ ਉਹਦੇ ਅਰਥ ਕੁਝ ਹੋਰ ਨਿਕਲਣਗੇ। ਜਿੰਨੀ ਸ਼ਕਤੀ ਮੋਦੀ ਸਾਹਿਬ ਦੇ ਕੋਲ ਹੈਗੀ ਇਸ ਵੇਲੇ, ਜੇ ਕਿਤੇ ਲੋਕਾਂ ਨੂੰ, ਸੰਸਥਾਵਾਂ ਨੂੰ, ਵੱਖ-ਵੱਖ ਪਾਰਟੀਆਂ ਨੂੰ ਆਪਣੇ ਕੌਂਸਲ 'ਚ ਲੈ ਕੇ ਕੰਮ ਕਰਨ ਤੇ ਮੇਰੇ ਖਿਆਲ ਬਹੁਤ ਕੰਮ ਕਰ ਸਕਦੇ। ਲੇਕਿਨ ਉਹਨਾਂ ਦੇ ਸਲਾਹ ਕਰ ਸ਼ਾਇਦ ਨਹੀਂ ਕੰਮ ਕਰਨ ਦਿੰਦੇ। ਜੀ 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 9058131320 905-813-1320 ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਸਬਜ਼ੀਆਂ ਭਾਜੀਆਂ ਵਾਲੇ ਨੂੰ ਆ ਗਿਆ ਵੇਚਣ ਦੀ ਛੁੱਟੀ ਆ? ਬਿਲਕੁਲ ਜੀ, ਇਹਨਾਂ ਕੋਲ ਰੁਕੂਗਾ ਜੀ। ਇਹ ਤੇ ਵੇਖੋ, ਸਾਡੇ ਸ਼ਰਾਬ ਦੇ ਠੇਕੇ ਖੋਲ ਤੇ ਸਬਜ਼ੀ ਇੱਥੋਂ ਲਾਓ ਤੇ ਸ਼ਰਾਬ ਦੇ ਠੇਕੇ ਨੂੰ ਫੋਨ ਕਰੋ, ਤੁਹਾਡੇ ਕੋਲ ਸ਼ਰਾਬ ਦੇ ਜੂਗਾ, ਪੀਓ ਮੁਜਲ ਨੂੰ ਘਰ ਬੈਠੇ। ਅੱਛਾ, ਘਰੇ ਬੈਠੇ ਸ਼ਰਾਬ ਆ ਜਾਊਗੀ, ਹੋਮ ਡਿਲੀਵਰੀ ਆ ਜੀ ਇੱਕੋ ਹੀ ਤਾਂ ਚੀਜ਼ ਹੈ ਜੀ। ਨਸ਼ੇ ਤੁਸੀਂ ਘਰ ਮੰਗਾ ਸਕਦੇ ਹੋ, ਲੇਕਿਨ ਦੁੱਧ ਲੈਣ ਜਾਵੇ ਤਾਂ ਦੁਕਾਨ ਤੇ ਜਾਣਾ ਪਊਗਾ। ਅੱਛਾ, ਦੁੱਧ ਨਹੀਂ ਘਰ ਆ ਸਕਦਾ, ਜਿਹੜਾ ਦੁੱਧ ਹੀ ਨਹੀਂ ਆ ਸਕਦਾ ਤੁਹਾਡੇ ਘਰੇ ਸਵੇਰੇ, ਤੇ ਸ਼ਰਾਬ ਜਿਹੜੀ ਆ ਉਹ ਤੁਹਾਡੇ ਘਰੇ ਡਿਲੀਵਰ ਹੋ ਜੂਗੀ। ਖਾਓ ਪੀਓ ਐਸ਼ ਕਰੋ ਤੇ ਸੁੱਤੇ ਰਹੋ, ਸਰਕਾਰ ਨੂੰ ਕੋਈ ਨਾ ਤੰਗ ਕਰਿਓ। ਬਿਲਕੁਲ ਬਿਲਕੁਲ ਬਿਲਕੁਲ। ਸੋ 5 ਮਈ ਦੋ ਮਹਾਨ ਵਿਅਕਤੀਆਂ ਦਾ ਜਨਮ ਸੀਗਾ, ਇੱਕ 18ਵੀਂ ਸਦੀ ਦੇ ਵਿੱਚ ਤੇ ਦੂਸਰਾ 20ਵੀਂ ਸਦੀ ਦੇ ਵਿੱਚ। ਚਲੋ 18ਵੀਂ ਸਦੀ ਵਾਲੇ ਯੋਧੇ ਦਾ ਤੁਸੀਂ ਅੱਜ ਮਨਾ ਰਹੇ ਹੋ ਤੇ 20ਵੀਂ ਸਦੀ ਵਾਲੇ ਦਾ ਵੀ ਜ਼ਿਕਰ ਕਰ ਦਿਓ। 5 ਮਈ 1916 ਨੂੰ ਗਿਆਨੀ ਜੈਲ ਸਿੰਘ ਦਾ ਜਨਮ ਹੋਇਆ। ਉਹ ਗਿਆਨੀ ਜੈਲ ਸਿੰਘ ਦੇ ਜਨਮ ਤੋਂ ਬਾਅਦ ਵੇਖੋ ਜੀ, ਉਦੋਂ ਜਿਹੜਾ ਸੀ ਬੜੇ ਉਹਨੇ ਕੰਮ ਕੀਤੇ। ਉਹ ਰਾਸ਼ਟਰਪਤੀ ਵੀ ਰਿਹਾ, ਉਹ ਮੁੱਖ ਮੰਤਰੀ ਵੀ ਰਿਹਾ, ਉਹ ਹੋਮ ਮਿਨਿਸਟਰ ਵੀ ਰਿਹਾ, ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਰਿਹਾ, ਕਿਹੜੀ ਜਗ੍ਹਾ ਤੇ ਨਹੀਂ ਰਿਹਾ। ਜਦੋਂ ਉਸ ਟਾਈਮ ਦੇ ਜਾਤੀਵਾਦ ਦਾ ਬੜਾ ਜ਼ੋਰ ਸੀ, ਜਦੋਂ ਕੱਚੋ ਮੁੱਖ ਮੰਤਰੀ ਬਣਿਆ। ਕੁਝ ਕੱਟੜਪੰਥੀਆਂ ਨੇ ਜਿਹੜਾ ਸੀ ਕਹਿਣਾ ਸ਼ੁਰੂ ਕਰਤਾ ਜੀ ਫਲਾਣੀ ਜਾਤ ਦਾ ਬਣ ਗਿਆ, ਢੀਲੀ ਜਾਤ ਦਾ ਬਣ ਗਿਆ। ਇੰਦਰਾ ਗਾਂਧੀ ਇੱਕੋ ਦਮਕਾ ਮਾਰਿਆ, ਉਹਨੇ ਕਿਹਾ ਜੀ ਮੈਂ ਬਣਾਇਆ, ਬਸ ਮੈਨੂੰ ਨਹੀਂ ਪਤਾ ਕੋਈ ਕਹਿੰਦੇ ਆ। ਤੇ ਜਿਹੜੇ ਕਹਿੰਦੇ ਸੀ ਮੁੜ ਕੇ ਸਟੇਜਾਂ ਤੇ ਖਲੋ ਕੇ ਕਹਿੰਦੇ ਗਿਆਨੀ ਸਰਕਾਰ ਦੇ ਹੱਥ ਮਜ਼ਬੂਤ ਕਰੋ। ਮੈਂ ਆਪਣੀ ਕੰਨੀ ਸੁਣੀ ਸਾਰੇ। ਹੁਣ ਗਿਆਨੀ ਜੈਲ ਸਿੰਘ ਨੇ ਜਿਹੜਾ ਸੀ, ਤੁਹਾਨੂੰ ਪਤਾ ਹੋਏਗਾ ਵੀ ਜਿਹੜਾ ਫਰੀਦਕੋਟ ਦਾ ਰਾਜਾ ਹਰਿੰਦਰ ਸਿੰਘ ਸੀਗਾ, ਉਹ ਇਹਨੂੰ ਆਪਣੀ ਜੀਭ ਦੇ ਪਿੱਛੇ ਪਾ ਕੇ ਧੂਣਾ ਹੁੰਦਾ ਸੀ। ਅੱਛਾ, ਵੀ ਤੂੰ ਆਜ਼ਾਦੀ ਦੀ ਗੱਲ ਕਿਉਂ ਕਰਦਾ? ਉਹ ਅੰਗਰੇਜ਼ਾਂ ਦਾ ਪਿੱਠੂ ਸੀਗਾ। ਜਦੋਂ ਧੂਦਾ ਹੁੰਦਾ ਸੀਗਾ ਤੇ ਜਦੋਂ ਮੁੱਖ ਮੰਤਰੀ ਬਣਿਆ ਤੇ ਸਭ ਤੋਂ ਪਹਿਲਾਂ ਮਹਾਰਾਜਾ ਹਰਿੰਦਰ ਸਿੰਘ ਦੇ ਘਰ ਗਿਆ ਵਧਾਈ ਦੇਣ ਵਾਸਤੇ। ਉਹ ਕਹਿੰਦੀ ਮਹਾਰਾਜ ਸਾਹਿਬ ਤੇਰਾ ਧੰਨਵਾਦ, ਤੁਸੀਂ ਮੈਨੂੰ ਲੀਡਰ ਬਣਾਇਆ। ਜੇ ਤੁਸੀਂ ਉਸ ਟਾਈਮ ਤੇ ਮੈਨੂੰ ਨਾ ਜੀ ਮਗਰ ਧੂਦੇ ਤੇ ਅੱਜ ਮੈਂ ਮੁੱਖ ਮੰਤਰੀ ਨੇ ਬਣਦਾ। ਅੱਛਾ ਜੀ, ਮਗਰ ਧੋਇਆ ਇਹਨਾਂ ਨੂੰ ਧੁੰਦੇ ਸੀਗੇ ਤੇ ਫਿਰ ਵੀ ਬਚ ਗਿਆ ਹੈ। ਫਿਰ ਵੀ ਬਚ ਗਿਆ, ਹੱਡ ਪੈਰ ਵੀ ਨਰੋਏ ਰਹੇ। ਬਿਲਕੁਲ, ਦੇਖੋ ਜੀ ਧੋਇਆ ਨਦੀ ਤੇ ਵੀ ਧੋਇਆ ਇਧਰ ਵੀ ਪਾ ਲਿਆ ਮਗਰ ਤੇ ਮੁੜ ਕੇ 10 ਮਿੰਟ ਲਈ ਗਏ ਤੇ ਮਰਨਾ ਹੀ ਮਰਨਾ। ਧੋਇਆ ਉਹਨਾਂ ਨੂੰ ਸਜ਼ਾ ਦਿੱਤੀ ਅਗਲੇ ਨੂੰ ਵੀ ਤੂੰ ਦੁਬਾਰਾ ਕੰਮ ਨਾ ਕਰੀ। ਅੱਛਾ, ਧੋਇਆ ਤੇ ਬਾਬਾ ਚਰਨ ਸਿੰਘ ਨੂੰ ਵੀ ਸੀਗਾ, ਉਹਦੇ ਤੇ ਬਹੁਤ ਤੇ ਬੜਾ ਕੁਛ ਕੀਤਾ ਸੀ। ਧੂਣ ਤੋਂ ਇਲਾਵਾ ਬੜਾ ਕੁਛ ਕੀਤਾ। ਕਾਰ ਸੇਵਾ ਵਾਲਿਆਂ ਨੂੰ ਇੱਕ ਜੀਪ ਉਧਰ ਤੇ ਇੱਕ ਉਧਰ। ਅੱਛਾ ਚਲੋ, ਐਨੀਵੇ ਯਾਦ ਆ ਜਾਂਦੀ ਨਾ ਉਹਨਾਂ ਮਹਾਨ ਸ਼ਹੀਦਾਂ ਦੀ ਵੀ, ਉਹਨਾਂ ਯੋਧਿਆਂ ਦੀ ਵੀ ਯਾਦ ਆ ਜਾਂਦੀ ਹੈ। ਕਿਉਂਕਿ ਇਹ ਮਹਾਨ ਉਦੋਂ ਮਹਾਨਾਇਕ ਤੋਂ ਨਾਇਕ ਕੱਲਾ ਰਹਿ ਗਿਆ ਜਦੋਂ ਫੁੱਲ ਲਾ ਕੇ ਦਰਬਾਰ ਸਾਹਿਬ ਆਇਆ ਸੀਗਾ। ਬਿਲਕੁਲ ਜੀ ਬਿਲਕੁਲ। ਫਿਰ 1994 ਚ ਜਿਸ ਹਾਲਤ ਦੇ ਵਿੱਚ ਉਹਦੀ ਡੈਥ ਹੋਈ ਉਹ ਵੀ ਸਾਰਿਆਂ ਨੂੰ ਪਤਾ। ਕਿਸੇ ਨੇ ਟੀਮ ਤੱਕ ਦੀ ਮਾਰੀ ਵੀ ਚਲੋ ਜਾ ਕੇ ਅਸੀਂ ਸ਼ਰਧਾ ਦੇ ਫੁੱਲ ਭੇਟ ਕਰੀਏ। ਅਸੀਂ ਜਾ ਕੇ ਵੇਖੋ ਹਸਪਤਾਲ ਪਤਾ ਵੀ ਕੁਝ ਲੈਣ ਗਿਆ ਹੋਣਾ, ਕਿ ਉਹ ਕੰਮ ਹੀ ਇਹੋ ਜਿਹਾ ਕੀਤਾ ਸੀਗਾ। ਭਾਵੇਂ ਕਿ ਬਾਅਦ ਵਿੱਚ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਆਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਲੜਕਿਆਂ ਨੇ ਮੁੰਡਿਆਂ ਨੇ ਪੁੱਛ ਲਿਆ ਵੀ ਰਾਸ਼ਟਰਪਤੀ ਸਾਹਿਬ ਤੁਹਾਡਾ ਫਰਜ਼ ਨਹੀਂ ਸੀ ਬਣਦਾ ਅਸਤੀਫਾ ਦੇਣਾ? ਉਦੋਂ ਜਵਾਬ ਕੀ ਸੀ? ਉਹ ਕਹਿੰਦਾ ਜੀ ਵੇਖੋ ਜੇ ਮੈਂ ਅਸਤੀਫਾ ਦਿੰਦਾ ਤੇ ਕੌਮ ਹੋਰ ਭੜਕਦੀ, ਜੇ ਕੌਮ ਭੜਕਦੀ ਤੇ ਹੋਰ ਨੁਕਸਾਨ ਹੁੰਦਾ। ਇਸ ਕਰਕੇ ਮੈਂ ਉਸ ਚੀਜ਼ ਨੂੰ ਰੋਕਿਆ ਵੀ ਜੇ ਅਸਤੀਫਾ ਨਾ ਦੇਵਾਂ ਤੇ ਵਿੱਚ ਬਹਿ ਕੇ ਇਨਸਾਫ ਦੀ ਗੱਲ। ਬੜਾ ਬਚਪਨਾ ਕੀ ਲੈ ਕੇ ਦਿੱਤਾ ਇਨਸਾਫ? ਚਲੋ ਉਹ ਤੇ ਵੱਖਰੀ ਗੱਲ ਆ ਜੀ, ਉਹਨੇ ਜਵਾਬ ਦਿੱਤਾ ਤੇ ਉਹਦੀ ਗੱਲ ਕੀਤੀ। ਹੁਣ ਮੈਂ ਤਾਂ ਮੌਕੇ ਤੇ ਮੌਜੂਦ ਹੀ ਤੇ ਪੁੱਛੂਗਾ ਉਹਨੂੰ। ਨਹੀਂ ਤੁਸੀਂ ਤੇ ਨਹੀਂ, ਪਰ ਕੀ ਜਵਾਬ, ਕੀ ਮਤਲਬ ਕੀ ਇਨਸਾਫ ਲੈ ਕੇ ਦਿੱਤਾ? ਹਾਂ, ਲਾਂਤਾਂ ਦਾ ਟੋਕਰਾ ਲੈ ਕੇ ਗਏ ਹੋ ਦੁਨੀਆ ਤੋਂ, ਫੁੱਲ ਲਾ ਕੇ ਆਏ। ਤੈਨੂੰ ਉਦੋਂ ਨਕਲ ਨਹੀਂ ਆਈ ਕਿ ਫੁੱਲ ਲਾ ਕੇ ਮੈਂ ਕਿਹੜੇ ਦਰਬਾਰ ਤੇ ਚੱਲਿਆ ਤੇ ਉੱਥੇ ਹਾਲਤ ਕੀ ਆ? ਪਰ ਗਾਣੀ ਗੱਲ ਸੁਣੋ ਨਾ ਤੁਸੀਂ, ਜਿਨ੍ਹਾਂ ਨੇ ਮਾਫੀ ਦਿੱਤੀ ਉਹਨਾਂ ਨੂੰ ਬੜਾ ਛੱਟ ਮਾਫੀ ਦੇ ਦਿੱਤੀ ਨਾ ਫਿਰ ਇੱਕ ਹਫ਼ਤੇ ਦੇ ਵਿੱਚ। ਬਸ ਉਹ ਤਾਂ ਤੁਹਾਨੂੰ ਪਤਾ ਹੀ ਆ ਫਿਰ ਉੱਥੇ। ਚਲੋ ਐਨੀਵੇ
ਕੌਮ ਨੇ ਮਾਫ ਨਹੀਂ ਕੀਤਾ, ਕੌਮ ਦੇ ਗਦਾਰਾਂ ਨੇ ਜਿਹੜੀਆਂ ਕੁਰਸੀਆਂ ਸੰਭਾਲੀਆਂ ਉਹਨਾਂ ਨੇ ਮਾਫ ਕੀਤਾ। ਉਹ ਤਾਂ ਅਜੇ ਵੀ ਕਰੀ ਜਾਂਦੇ ਆਪਣਾ ਕੰਮ ਜਿਨ੍ਹਾਂ ਨੇ ਕਰਨਾ। ਰਾਜ ਹੀ ਉਹਨਾਂ ਦਾ ਜੀ ਇਸ ਵੇਲੇ। ਚਲੋ ਆਪਾਂ ਉਸ ਯੋਧੇ ਦੀ ਗੱਲ ਵੀ ਕਰ ਲਈਏ ਫਿਰ। ਅੱਜ ਦੇ ਦਿਨ ਜਿਹੜੇ ਜੱਸਾ ਸਿੰਘ, ਮਹਾਰਾਜਾ ਜੱਸਾ ਸਿੰਘ ਦਾ ਜਿਹੜਾ ਸੀ ਜਨਮ ਦਿਨ ਹੋਇਆ। ਸ਼ਹੀ 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 ਬੜੀ ਬਾਬਾ ਡਾਂਗ ਵਾਲਿਆ, ਗਈ 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 ਆ ਗਈ ਰਨ ਬਸਰੇ ਨੂੰ ਗਈ। ਉਸ ਯੋਧੇ ਦੀ ਗੱਲ ਕਰੋ। ਉਹਨਾਂ ਦੇ ਦਾਦਾ ਜੀ ਜਿਹੜੇ ਹਰਦਾਸ ਸਿੰਘ ਗੁਰੂ ਸੀ, ਗੁਰੂ ਗੋਬਿੰਦ ਸਿੰਘ ਨਾਲ ਉਹਨਾਂ ਸ਼ਹਿਰਾਂ 'ਚ ਕੰਮ ਕੀਤਾ, ਸ਼ਹਾਦਤ ਪਾਈ। ਉਹਨਾਂ ਦੇ ਫਾਦਰ ਵੀ ਰਹੇ ਜਿਹੜੀ ਗੁਰੂ ਗੋਬਿੰਦ ਸਿੰਘ ਸੈਨਾ ਦੇ ਵਿੱਚ। 15 ਸਾਲ ਦੀ ਉਮਰ ਸੀ ਜਦੋਂ ਮਹਾਰਾਜਾ ਜਿਹੜੇ ਹੈਗੇ ਸੀ ਆਪਣੇ ਮਹਾਰਾਜਾ ਜੱਸਾ ਸਿੰਘ ਜੀ ਦੇ ਫਾਦਰ ਵੀ ਚਲੇ ਗਏ, ਦਾਦਾ ਵੀ ਚਲੇ ਗਏ, ਇਕੱਲੇ ਰਹਿ ਗਏ। ਜਿਹੜੀ ਇੱਕ ਤੁਸੀਂ ਵੇਖੋ ਨਾ ਨਾਗਣੀ ਬਣਾ ਕੇ ਦਿੱਤੀ ਸੀਗੀ ਗੁਰੂ ਗੋਬਿੰਦ ਸਿੰਘ ਨੂੰ, ਇਹਨਾਂ ਦੇ ਦਾਦੇ ਹਰਦਾਸ ਸਿੰਘ ਨੇ ਬਣਾ ਦਿੱਤੀ ਸੀ। ਇਹ ਨਾਗਣੀ ਬਣਾਉਣ ਦੇ ਬੜੇ ਮਾਸਟਰ ਸੀ। ਇਹ ਆਪ ਵੀ ਨਾਗਣੀ ਬਣਾਉਣ ਦਾ ਬੜਾ ਮਾਸਟਰ ਸੀ। ਹੁਣ ਰਾਮ ਨੂੰ ਹੀ ਦੇ ਕੜੇ ਦੇ ਵਿੱਚ ਜਦੋਂ ਦੀਵਾਨ ਟੋਡਰ ਮੱਲ ਨੂੰ ਮੀਰ ਬੰਨੂ ਨੇ ਭੇਜਿਆ ਕਿ ਜਾ ਕੇ ਹਮਲਾ ਕਰ, ਤੇ ਉਹਨੇ ਆ ਕੇ ਸਮਝੌਤਾ ਕੀਤਾ ਇਹਨਾਂ ਨਾਲ ਵੀ ਭਾਈ ਤੁਸੀਂ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਮੀਰ ਬੰਨੂ ਨੂੰ ਦੀਵਾਨ ਕੋੜਾ ਮੱਲ ਨੇ ਸਮਝਾ ਲਿਆ ਕਿ ਭਾਈ ਜੇ ਆਪਾਂ ਲੜਾਂਗੇ ਤੇ ਇਹਦੇ ਨਾਲ ਆਪਣਾ ਨਹੀਂ ਬਰ ਬਚਣਾ, ਆਪਾਂ ਚੰਗੀ ਗੱਲ ਸਮਝੌਤਾ ਕਰ ਲਈਏ। ਤਾਈਓ ਹੀ ਉਹਨੂੰ ਦੀਵਾਨ ਕੋੜਾ ਮੱਲ ਨੂੰ ਦੀਵਾਨ ਮਿੱਠਾ ਵੱਲ ਕਿਹਨੇ ਪਿਆਰ ਨਾਲ, ਦੀਵਾਨ ਮਿੱਠਾ ਵਾਲਾ ਜੀ। ਇਸ ਕਰਕੇ ਜੇ ਕਹਾਣੀ ਛੇੜੀ ਤੇ ਬੜੀ ਲੰਮੀ ਚੱਲਣੀ, ਆਪਣੇ ਕੋਲ ਸਮਾਂ ਥੋੜਾ ਹੋਏਗਾ। ਲੇਕਿਨ ਫਿਰ ਜਿਸ ਤਰੀਕੇ ਨਾਲ ਦਿੱਲੀ ਤੇ ਕਬਜ਼ਾ ਕੀਤਾ ਬਘੇਲ ਸਿੰਘ ਨੇ, ਜੱਸਾ ਸਿੰਘ ਆਹਲੂਵਾਲੀ ਨੇ, ਜੱਸਾ ਸਿੰਘ ਰਾਮਗੜ੍ਹੀ ਨੇ ਜਾ ਕੇ ਜੰਗ ਲੜੀ, ਕਬਜ਼ਾ ਕੀਤਾ। ਉੱਥੋਂ ਫਿਰ ਜੱਸਾ ਸਿੰਘ ਆਹਲੂਵਾਲੀਆ ਦੀ ਜਦੋਂ ਮਹਾਰਾਜਾ ਬਣਾਉਣ ਦੀ ਗੱਲ ਕੀਤੀ, ਉਹਨੇ ਕਿਹਾ ਸਾਡੇ 'ਚ ਪਰੰਪਰਾ ਨਹੀਂ, ਸਾਡੇ 'ਚ 5 ਪ੍ਰਧਾਨੀ ਮਰਿਆਦਾ ਵਾ। ਉਹਦੀ ਗੱਲ ਕਰੋ ਜਿਹੜੀ ਕਹਿੰਦੇ ਤੁਸੀਂ, ਜਿਹੜੇ ਤੱਖ ਜਿਹਦੇ ਸਿਰ ਦੇ ਉੱਤੇ ਤਿਲਕ ਲਾਉਂਦੇ ਸੀ ਮੁਗਲ, ਉਹ ਜਵਾਨ ਗੱਡੇ ਦੇ ਤਿਲਕ ਸਿਰ ਚੁੱਕ ਰਿਹਾ ਸੀ। ਉਹ ਅੱਜ ਵੀ ਤੁਸੀਂ ਰਾਮਗੜ੍ਹੀ ਬੰਗੇ 'ਚ ਕਈ ਜਾ ਕੇ ਵੇਖ ਸਕਦੇ ਹੋ ਕਈ ਉੱਥੇ। ਇਸ ਕਰਕੇ ਜੱਸਾ ਸਿੰਘ ਰਾਮਗੜ੍ਹੀਆ ਦੀ ਕੁਰਬਾਨੀ ਨੂੰ ਮਹਾਰਾਜਾ ਦਾ ਖਿਤਾਬ ਵੀ ਉਹਨੂੰ ਇਹੋ ਜਿਹਾ ਦਿੱਤਾ ਗਿਆ ਸੀ ਕਿ ਦਿੱਤਾ ਗਿਆ ਸੀ ਮਹਾਰਾਜਾ ਜੱਸਾ ਸਿੰਘ। ਮਹਾਰਾਜਾ ਜੱਸਾ ਸਿੰਘ, ਬਿਲਕੁਲ ਤੁਹਾਡੀ ਗੱਲ ਸਹੀ। ਵੌਇਸ ਆਫ ਸਿਟੀ 3020 AM। ਤੁਸੀਂ ਦੋਸਤੋ ਅਗਰ ਕੋਈ ਕੁਐਸਚਨ ਕਰਨਾ, ਪੱਟੀ ਸਾਹਿਬ ਲਾਈਨ 'ਤੇ ਨੇ 9058131320। ਜਦੋਂ ਇਹੋ ਜਿਹੀ ਕੋਈ ਗੱਲ ਚੱਲਦੀ ਹੈ ਤਾਂ ਫਿਰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਭਾਈ ਬਘੇਲ ਸਿੰਘ ਜੀ, ਇਹ ਜੋਧੇ ਨੇ। ਹਾਂਜੀ, ਜਦੋਂ ਇਹਨਾਂ ਦੀ ਕੋਈ ਗੱਲਬਾਤ ਕਰਨੀ ਹੁੰਦੀ ਹੈ ਫਿਰ ਕਿਤਾਬਾਂ ਕਤੂਬਾਂ ਨਹੀਂ ਪੜ੍ਹਨੀਆਂ ਪੈਂਦੀਆਂ। ਫਿਰ ਤੇ ਪੱਟੀ ਸਾਹਿਬ ਹੋਣ, ਕਿਤੇ ਮੇਰੇ ਵਰਗਾ ਹੋਵੇ ਨਾਲ, ਜਾਂ 2 ਜਣ ਹੋਰ ਆ ਜਾਣ ਕਿਤੇ, ਫਿਰ ਤਾਂ 4 ਘੰਟੇ ਕੀ ਸਾਡੇ ਲਈ ਉਹ ਵੀ ਥੋੜ੍ਹੇ ਪੈ ਜਾਣੇ। ਹਾਂਜੀ, ਫਿਰ ਤਾਂ 24 ਘੰਟੇ ਵੀ ਥੋੜ੍ਹੇ ਪੈ ਜਾਣੇ। ਉਹ ਇੱਥੇ ਬੈਠੀਆਂ ਨੇ, ਉਹ ਕੁਰਬਾਨੀ ਕਰਨ ਵਾਲੇ ਦੀ ਜਿਹੜੀ ਸ਼ਖਸੀਅਤਾਂ ਇੱਥੇ ਨੇ, ਨਿਕਲੀ ਆਉਣਾ ਫਿਰ ਕਈ ਕੁਝ ਨਿਕਲਣਾ ਹੋਰ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਗੱਲ ਨਾਲ ਕਰ ਦਈਏ ਤਾਂ ਉਹ ਮੇਰਾ ਪਿੰਡ ਜਿਹੜਾ ਫਤਿਆਬਾਦ ਹੈ ਨਾ ਜੀ, ਉੱਥੇ ਉਹਨਾਂ ਦੀ ਰਿਹਾਇਸ਼ ਹੈ। ਫਤਿਆਬਾਦ ਨੂੰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ, ਇਹ ਉਸ ਵਕਤ ਦੇ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਭਾਈ ਬਘੇਲ ਸਿੰਘ ਜੀ, ਕਹਿੰਦੇ ਨੇ ਕਿ ਮੀਟ ਨਹੀਂ ਖਾਣਾ ਚਾਹੀਦਾ। ਇਤਿਹਾਸ ਪੜ੍ਹੋ ਤਾਂ ਕਹਿੰਦੇ ਨੇ ਕਿ ਦੁਸ਼ਮਣਾਂ ਦੇ ਮੁਕਾਬਲਾ ਕਰਨ ਵਾਸਤੇ ਇਹਨਾਂ ਨੂੰ ਲੋੜੀਂਦੀ ਖੁਰਾਕ ਉਸ ਵਕਤ ਲੈਣੀ ਪੈਂਦੀ ਸੀ। ਅਤੇ ਇਹ ਗੁਰੂ ਦੇ ਮਹਿਲਾਂ ਦੇ ਕੋਲ ਰਹੇ ਨੇ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਿੱਲੀ ਮਾਤਾ ਜੀ ਦੇ ਕੋਲ ਰਹੇ ਨੇ, ਮਾਤਾ ਸੁੰਦਰ ਜੀ ਕੋਲ। ਬਿਲਕੁਲ ਬਿਲਕੁਲ। ਅਤੇ ਉੱਥੇ ਬਚਪਨ ਦੇ ਵਿੱਚ ਜੇ ਕੁਝ ਇਹੋ ਜਿਹਾ ਖੁਰਾਕ ਹੋਊਗੀ ਨਾ, ਅਤੇ ਉਹ ਤਾਂ ਹੀ ਅੱਧਾ ਕਹਿੰਦੇ ਦੁਮਾ ਛਕ ਜਾਂਦੇ ਸੀਗੇ, ਅੱਧਾ ਬੱਕਰਾ। ਬਿਲਕੁਲ, ਅੱਧਾ ਬੱਕਰਾ ਖੁਰਾਕ ਸੀਗੀ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ। ਤੇ ਭਾਈ ਬਘੇਲ ਸਿੰਘ ਹੁਣਾਂ ਦੀ ਵੀ ਇੰਨੀ ਹੋਊਗੀ, ਤੇ ਜੱਸਾ ਸਿੰਘ ਰਾਮਗੜ੍ਹੀ ਦੀ ਵੀ ਇੰਨੀ ਹੋਊਗੀ। ਔਰ 6 ਤੋਂ 8 ਮਹੀਨੇ ਘੋੜਾ ਨਹੀਂ ਇਹਨਾਂ ਥੱਲੇ ਟਿਕਦਾ, ਇੰਨਾ ਇਹਨਾਂ ਦਾ ਜੱਸਾ ਸੀਗਾ। ਦੁਸ਼ਮਣ ਦੇ ਨਾਲ ਐਵੇਂ ਨਹੀਂ ਦੁਸ਼ਮਣ ਮਤਲਬ ਡਰਦੇ। ਹਰੀ ਸਿੰਘ ਨਲਵੇ ਦਾ ਕੱਦ ਕਾੜ ਕਿਹੋ ਜਿਹਾ ਹੋਊਗਾ ਜਿਹੜਾ ਉਹ ਮਤਲਬ ਦੁਸ਼ਮਣਾਂ ਨੂੰ ਭਾਜਣਾ ਪਾ ਦਿੰਦਾ ਸੀਗਾ। ਹਾਂਜੀ, ਅਮਰੀਕਾ ਅੱਡੀ ਚੋਟੀ ਦਾ ਜ਼ੋਰ ਲਾ ਲਿਆ ਤੇ ਸਿੱਖਾਂ ਨੇ ਤੇ ਉਹ ਫਤਿਹ ਕੀਤਾ ਆ। ਸੋ ਗੱਲ ਇਹ ਹੈ ਕਿ ਉਹਨਾਂ ਦੀਆਂ ਗੱਲਾਂ ਜਦੋਂ ਚੱਲਣਗੀਆਂ ਤਾਂ ਫਿਰ ਕਵਾੜ ਖੁੱਲ੍ਹਣੇ ਨੇ। ਇਹ ਉਹ ਯੋਧੇ ਨੇ, ਮਤਲਬ ਜੇ ਉਸ ਵਕਤ ਦੀ ਗੱਲ ਕਰਨੀ, ਮਹਾਨ ਕੁਰਬਾਨੀਆਂ ਕਰਨ ਵਾਲੇ ਤੇ ਸਿਦਕ ਦੇ, ਸਿਰੜ ਦੇ ਅਤੇ ਕੀ ਕਹੀਏ ਹੁਣ ਤੁਹਾਨੂੰ ਅੱਗੇ, ਪੱਕੇ ਧਰਮ ਦੇ।
ਅੱਜ ਪੱਟੀ ਸਾਹਿਬ ਲੋਕਾਂ ਨੂੰ ਦੋ ਦੁਸ਼ਮਣਾਂ ਦਾ ਇੱਕੋ ਸਮੇਂ ਸਾਹਮਣਾ ਕਰਨਾ ਪੈ ਰਿਹਾ, ਦੋ ਦੁਸ਼ਮਣਾਂ ਦਾ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਇੱਕ ਪਾਸੇ ਤੇ ਕਰੋਨਾ ਜਿਹੜੀ ਗੰਨਾ ਜੀ, ਦੂਜੇ ਪਾਸੇ ਕਾਰੋਬਾਰ ਬੰਦ ਹੋਏ ਪਏ। ਜਿਹੜੀਆਂ ਸਰਕਾਰਾਂ ਨੇ ਉਹ ਕੋਈ ਹੈਲਪ ਨਹੀਂ ਕਰ ਰਹੀ। ਕੱਲ ਵੀ ਤੁਹਾਨੂੰ ਪਤਾ ਹੋਏਗਾ ਕਿ ਬਠਿੰਡੇ ਦੇ ਵਿੱਚ ਤੇ ਅਜਨਾਲੇ ਦੇ ਵਿੱਚ ਦੁਕਾਨਦਾਰਾਂ ਨੇ ਮੁਜ਼ਾਹਰਾ ਕੀਤਾ ਤੇ ਪੁਲਿਸ ਨੇ ਫੜ ਕੇ ਉਹਨਾਂ ਤੇ ਪਰਚੇ ਕਰ ਦਿੱਤੇ ਕਿ ਤੁਸੀਂ ਬਾਹਰ ਤੋਂ ਨਿਕਲੋ। ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜੇ ਲਾਉਣਾ ਲਾਓ, ਤੁਸੀਂ ਲੋਕਡਾਊਨ ਲਾਓ, ਲੇਕਿਨ ਅਸੀਂ ਮਿਡਲ ਕਲਾਸ ਦੇ ਦੁਕਾਨਦਾਰ, ਛੋਟੇ ਵਪਾਰੀ ਹਾਂ, ਅਸੀਂ ਸਾਡੀਆਂ ਦੁਕਾਨਾਂ ਦਾ 20-25 ਹਜ਼ਾਰ ਕਿਰਾਇਆ, ਜਿਹੜਾ ਕਿਰਾਏਦਾਰ ਹੈ ਉਹਨੇ ਸਾਨੂੰ ਮਾਫ ਨਹੀਂ ਕਰਨਾ ਹੋਵੇਗਾ ਜੇ ਕਿਰਾਇਆ ਮਹੀਨੇ ਬਾਅਦ ਸੁਟੋ ਕਿਰਾਏ ਤੇ। ਤੁਸੀਂ ਸਾਡੇ ਕਾਰੋਬਾਰ ਬੰਦ ਕਰ ਦਿੱਤੇ। ਜੇ ਤੁਸੀਂ ਸਾਡੇ ਕਾਰੋਬਾਰ ਬੰਦ ਕਰਨੇ ਹੀ ਆ ਤੇ ਸਾਡਾ ਜਿਹੜਾ ਜਿੱਦਾਂ ਫੋਰਨ ਕੰਟਰੀ 'ਚ ਹੁੰਦਾ ਵਾ, ਦੁਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ, ਤੁਸੀਂ ਖਾਣੇ ਪੀਣਾ ਛੱਡ ਦਿਓ। ਇਹ ਚੀਜ਼ਾਂ ਜਿਹੜੀਆਂ ਵਾ, ਇਹ ਤੁਸੀਂ ਸਾਡੀ ਕੋਈ ਲੋਨ ਲਿਆ ਵਾ ਉਹਦਾ ਵਿਆਜ ਮਾਫ ਕਰ ਦਿਓ ਚਿਰ ਦਾ। ਇਹ ਚੀਜ਼ਾਂ ਕਰ ਦਿਓ ਤਾਂ ਕੋਈ ਗੱਲ ਨਹੀਂ, ਜਿੰਨਾ ਚਿਰ ਮਰਜ਼ੀ ਲੋਕਡਾਊਨ ਲਾ ਦਿਓ, ਅਸੀਂ ਆਪਾਂ ਰੋਟੀ ਪੀਣ ਪ੍ਰਬੰਧ ਕਰ ਲਾਂਗੇ। ਦੂਜੇ ਪਾਸੇ ਕਰੋਨਾ ਦੇ ਵਿੱਚ ਪੰਜਾਬ ਦੇ ਵਿੱਚ ਸਥਿਤੀ ਕਾਫੀ ਮਾੜੀ ਹੁੰਦੀ ਜਾ ਰਹੀ। ਇੱਕ ਪਾਸੇ ਕਰੋਨਾ ਵਾ, ਇੱਕ ਪਾਸੇ ਭੁੱਖ, ਦੋ ਦੁਸ਼ਮਣ ਵੱਖੋ ਵੱਖਰੇ ਇਕੱਠੇ ਹੋਏ ਪਏ। ਹੁਣ ਸਰਕਾਰ ਨੇ ਪਰਚੇ ਕਰਦੇ ਹੋਏ ਸਮਝਾਉਣ ਦੀ ਬਜਾਏ ਪਰਚੇ ਕਰ ਦਿੱਤੇ ਤੇ ਉਹ ਕਹਿੰਦੇ ਠੀਕ ਹੈ ਦੇ ਦਿਓ ਅੰਦਰ, ਘੱਟੋ ਘੱਟ ਰੋਟੀ ਤੁਹਾਨੂੰ ਦਿਓਗੇ ਉੱਥੇ, ਕੋਈ ਗੱਲ ਨਹੀਂ, ਕਿ ਚੱਲ ਜਾਂਦੇ ਅੰਦਰ। ਅਸੀਂ ਭਾਵੇਂ ਕਿ ਡਰਾਉਣ ਵਾਸਤੇ ਕੀਤੇ। ਤੁਸੀਂ ਬਠਿੰਡੇ ਦੇ ਵਿੱਚ ਤੁਸੀਂ ਇੱਕ ਵੀਡੀਓ ਵੇਖੋ, ਤੁਸੀਂ ਇੱਕ ਅਮਰਧਾਰੀ ਕਿੱਦਾਂ ਖਿੱਚੂ ਕਰਨੇ ਪੁਲਿਸ ਵਾਲੇ। ਹਾਂਜੀ ਹਾਂਜੀ, ਘੱਟੋ ਘੱਟ ਇੰਨੀ ਕੁ ਸ਼ਰਮ ਕਰ ਲਓ, ਤੁਹਾਡੇ ਹੀ ਭੈਣਾਂ ਭਰਾ ਨੇ, ਸਮਝਾ ਵੀ ਸਕਦੇ ਹੋ, ਬੁਝਾ ਵੀ ਸਕਦੇ ਹੋ। ਸਰਕਾਰ ਕਹਿੰਦੇ ਠੀਕ ਨਹੀਂ, ਤੁਹਾਡੇ ਬਾਰੇ ਅਸੀਂ ਸੋਚ ਰਹੇ, ਤੁਹਾਡੀ ਮਦਦ ਕਰਾਂਗੇ ਕੋਈ ਨਾ ਕੋਈ। ਲੇਕਿਨ ਦੂਜੇ ਪਾਸੇ ਕਰੋਨਾ ਵੀ ਜਿਹੜਾ ਉਹ ਜਿਸ ਤਰੀਕੇ ਨਾਲ ਵੱਧਦਾ ਜਾ ਰਿਹਾ, ਜੇ ਕਿਤੇ ਲੋਕਡਾਊਨ ਨਾ ਲਾਇਆ ਤੇ ਇਹਦੀ ਹਾਲਤ ਬੜੀ ਮਾੜੀ ਹੋਈ। ਜਿਹੜਾ ਹੁਣ ਨਵਾਂ ਸਟ੍ਰੇਨ ਆ ਰਿਹਾ ਵਾ, ਹੈਦਰਾਬਾਦ 'ਚ ਲਿਆਂਦਾ ਗਿਆ, ਉਹਦੀ ਤਾਂ ਬੜੀ ਫਾਸਟਿੰਗ ਐਕਸ਼ਨ ਦੀ। 15 ਬੰਦੇ ਉਹਦੇ ਪੀੜਤ ਹੋਏ ਨੇ, ਹਸਪੀਟਲ ਐਡਮਿਟ ਪਏ ਨੇ ਇਸ ਵੇਲੇ। ਇਸ ਕਰਕੇ ਕਿਸਾਨ ਲੋਕ ਜਿਹੜੇ ਭੁੱਖ ਤੋਂ ਹੀ ਮਰ ਰਹੇ ਤੇ ਕਰੋਨਾ ਦੇ ਮਾਰੇ ਤੇ ਸਰਕਾਰਾਂ ਵੀ ਮਾਰ ਰਹੀਆਂ। ਹੁਣ ਕਿਹੜੇ ਪਾਸੇ ਲੋਕ ਚੱਲ ਜਾਣ? ਜਾਂ ਤੇ ਕੈਨੇਡਾ ਹੋਵੇ ਜਾਂ 2-2000 ਰੁਪਇਆ ਤੁਹਾਡੇ ਖਾਤੇ 'ਚ ਪਾਤਾ, ਭਾਈ ਤੁਸੀਂ ਮੌਜ ਕਰੋ, ਕੋਈ ਗੱਲ। ਜਿਵੇਂ ਦਿੱਲੀ 'ਚ ਕਹਿ ਦਿੱਤਾ ਉਹਨੇ ਕੇਜਰੀਵਾਲ ਨੇ ਵੀ ਜਿੰਨੇ ਵੀ ਆਟੋ ਵਾਲੇ ਉਹਨਾਂ ਦੇ ਖਾਤੇ 'ਚ 5-5 ਰੁਪਏ ਸੀ ਪਾ ਦੇ, ਪਾ ਦਿਓ, ਤੁਸੀਂ ਪਾ ਦਿਓ, ਕੋਈ ਗੱਲ ਨਹੀਂ। ਹੁਣ ਦੁਕਾਨਦਾਰ ਨੇ ਕਿਸੇ ਚੱਲੀਏ, ਅਸੀਂ ਕਿਰਾਏ ਵੀ ਦੇਣੇ ਆ, ਬੱਚੇ ਵੀ ਪਾਲਣੇ ਆ, ਬਿਜਲੀ ਬਿੱਲ ਵੀ ਕਰਨੇ, ਕਿੱਥੋਂ ਦੇਈਏ ਅਸੀਂ ਜੇ ਦੁਕਾਨਾਂ ਨਹੀਂ ਖੋਲਾਂਗੇ। ਇਸ ਕਰਕੇ 2-3 ਥਾਵਾਂ ਤੇ ਜਿਹੜੇ ਲੋਕ ਜਿਹੜੇ ਕਿਸ ਰਹੇ ਨੇ ਕਿ ਸਰਕਾਰਾਂ ਜਿਹੜੀਆਂ ਉਹ ਕੁੰਭ ਕਰਦੀ ਨੀਂਦ ਸੁੱਤੀਆਂ ਪਈਆਂ ਨੇ ਤੇ ਨੀਰੂ ਬੰਸੀ ਜਾ ਰਿਹਾ ਜੀ, ਜਾ ਕੇ ਪੜ੍ਹਨ ਜਾ ਕੇ। ਇੱਕ ਨਹੀਂ, ਸਾਰੇ ਨੀਰੂ ਬਣੇ ਹੋਏ ਨੇ ਉੱਤੇ। ਅੱਛਾ ਪੱਟੀ ਸਾਹਿਬ, ਕੁਇਕਲੀ ਕਾਲ ਲੈ ਲੈਂਦੇ ਆ। ਮੈਂ ਹੈਰਾਨ ਆ ਕਿ ਉੱਥੇ ਗਰਮੀ ਅਸੀਂ ਦੇਖਿਆ ਜੂਨ ਜੁਲਾਈ ਦੇ ਵਿੱਚ, ਚਲੋ ਜਾਣ ਦਾ ਮੌਕਾ ਮਿਲਿਆ, ਉਹ ਉੱਥੋਂ ਹੀ ਆਏ ਆ ਜੀ। ਉਹ ਉੱਥੇ ਸਾਡੇ ਸਰੀਰ ਹੌਲੀ ਹੌਲੀ ਉਹ ਟੈਂਪਰੇਚਰ ਨੂੰ ਐਡਜਸਟ ਕਰਨਾ ਸਿੱਖ ਜਾਂਦੇ ਜਦੋਂ ਇਹਨਾਂ ਕੰਟਰੀਆਂ ਤੁਸੀਂ ਜਾਂਦੇ ਆ। ਤੁਸੀਂ ਗੱਲ ਕੀਤੀ ਆ, ਚਲੋ ਇੱਥੇ ਵਾਲੇ ਇੱਥੋਂ ਦੇ ਤਰੀਕੇ ਨਾਲ ਰੋ ਰਹੇ ਨੇ। 40-40 ਹਜ਼ਾਰ ਸਰਕਾਰ ਨੇ ਇੱਕ ਦਿੱਤਾ, 20-20 ਹਜ਼ਾਰ ਇੱਕ ਦਿੱਤਾ ਬਿਜ਼ਨਸਮੈਨਾਂ ਨੂੰ, ਉਹਦੇ ਵਿੱਚੋਂ 20-20 ਹਜ਼ਾਰ ਆਫ ਵੀ ਕਰ ਦਿੱਤਾ ਆ। ਪ੍ਰੋਵਿੰਸ਼ੀਅਲ ਸਰਕਾਰ ਨੇ ਕੁਝ ਆਪਣੇ ਲੈਵਲ 'ਤੇ ਦਿੱਤਾ ਹੋਇਆ ਆ ਅਤੇ ਮਤਲਬ 2 ਸਾਲ ਵਾਸਤੇ ਉਹਨੂੰ ਟੈਕਸ ਫਰੀ ਵੀ ਕੀਤਾ ਹੋਇਆ। ਹੋਰ ਸਰਕਾਰ ਲੋਕਾਂ ਨੂੰ ਜਿੰਨੀ ਲੋੜ ਹੈ ਦੇਈ ਜਾਂਦੀ ਹੈ, ਹੈਲਪ ਕਰੀ ਜਾਂਦੀ ਹੈ, ਲਈ ਵੀ ਜਾਂਦੇ ਲੋਕ। ਇੱਥੇ ਵੀ ਲੋਕ ਹਰਾਮੀ ਹਨ, ਹਾਂਜੀ, ਬਿਨਾਂ ਵਜ੍ਹਾ ਤੋਂ ਪੁੱਠਾ ਸਿੱਧੇ ਕੰਮ ਕਰਕੇ ਪੈਸੇ ਲਈ ਜਾਂਦੇ ਨੇ ਅਤੇ ਸਰਕਾਰ ਕੋਲ ਵੀ ਲਈ ਜਾਂਦੇ ਨੇ। ਹਰਾਮੀਪੁਣਾ ਮਤਲਬ ਅਕਿਰਤ ਘਣਤਾ, ਹਾਂਜੀ, ਮਾਫ ਕਰਨਾ ਜਿਹੜੇ ਲੈ ਰਹੇ ਐਵੇਂ ਨਾ ਗੁੱਸਾ ਕਰ ਲਿਓ, ਕਿ ਸਰਕਾਰ ਸਾਨੂੰ ਦੇ ਰਹੀ ਹੈ ਅਤੇ ਅਸੀਂ ਨਜਾਇਜ਼ ਤਰੀਕੇ ਨਾਲ ਕਿਵੇਂ ਲੁੱਟਣਾ, ਕਿਵੇਂ ਲੈਣਾ, ਉਹ ਵੀ ਕਰ ਰਹੇ ਨੇ। ਅਤੇ ਕਈ ਇਹੋ ਜਿਹੇ ਨੇ ਲਈ ਵੀ ਜਾ ਰਹੇ ਨੇ ਅਤੇ ਮਤਲਬ ਕੀ ਕਹਾਂ ਹੁਣ, ਫਿਰ ਲਫ਼ਜ਼ ਕੌੜਾ ਹੱਗੀ ਵੀ ਜਾ ਰਹੇ ਨੇ, ਮੂੰਹ ਰਾਹੀਂ ਨਿੰਦੀ ਵੀ ਜਾ ਰਹੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਰਕਾਰ ਤਾਂ ਬੜਾ ਕੋਈ ਕਰ ਰਹੀ ਹੈ ਇੱਥੇ, ਉੱਥੇ ਜਿਹੜੀ ਉਹ ਮੰਗਾਂ ਰੱਖੀਆਂ ਨੇ ਸਰਕਾਰ ਨੇ, ਉਹ ਚਾਹੁਣ ਤਾਂ ਕਰ ਵੀ ਸਕਦੇ ਨੇ, ਕਿਉਂ ਨਹੀਂ ਹੋ ਸਕਦਾ ਉੱਥੇ ਵੀ, ਪਰ ਸਰਕਾਰਾਂ ਦਾ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ। ਖੈਰ ਐਨੀਵੇ, ਵਿਲ ਸੀ ਅਗਲੀ ਕਾਲ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਸਤਿ ਸ੍ਰੀ ਅਕਾਲ। ਪੱਟੀ ਸਾਹਿਬ ਮੈਂ ਪੁੱਛਣਾ ਜਿੱਦਾਂ
ਇਹਦੀ ਮਮਤਾ ਬੈਨਰਜੀ ਦੀ ਸੁਨਾਮੀ ਵਿੱਚ ਜਿੰਨੇ ਵੀ TMC ਵਿੱਚੋਂ ਇਹ ਭਾਰਤੀ ਜਨਤਾ ਪਾਰਟੀ ਕੋਲ ਗਏ ਸਾਰੇ ਮਤਲਬ ਉਹ ਲੁੜਕ ਗਏ। ਤੇ ਤੁਸੀਂ ਦੱਸੋ ਮਿਥੁਨ ਚੱਕਰਵਰਤੀ ਕਿੱਦਾਂ ਉਹ ਸਿਲੈਕਟ ਹੋ ਗਿਆ ਜਾਂ ਨੈਗਲੈਕਟ ਹੋ ਗਿਆ ਜੀ? ਇਹ ਪਤਾ ਕਰਨਾ। ਥੈਂਕ ਯੂ ਜੀ। ਇਹਦੇ ਵਿੱਚ ਅੱਜ ਜਿਹੜੀ ਭਾਰਤੀ TMC ਚੋਂ ਗਿਆ ਸੀ ਭਾਰਤੀ ਜਨਤਾ ਪਾਰਟੀ 34 ਵਧਾ ਕੇ ਗਏ ਸੀ। 34 ਦੇ ਵਿੱਚੋਂ 15 ਨੂੰ ਟਿਕਟਾਂ ਦਿੱਤੀਆਂ ਸੀ ਇਹਨਾਂ ਨੇ ਤੇ 15 ਦੇ ਵਿੱਚ 13 ਨੂੰ ਟਿਕਟਾਂ ਦਿੱਤੀਆਂ ਸੀ। 13 ਵਿੱਚੋਂ ਸਿਰਫ 5 ਕਾਮਯਾਬ ਹੋਏ ਤੇ 8 ਟੁੱਟ ਕੇ ਗਏ। ਤੇ ਚੱਕਰਵਰਤੀ ਤੇ ਥੱਲੇ ਬੜਾ ਉੱਥੋਂ ਜੀ ਉਹ ਵੀ ਥੱਲੇ ਬੜਾ ਪੰਜਾਬ ਸਿਆਣੇ ਜੀ। ਚਲੋ ਅਗਲੀ ਕਾਲ ਲੈ ਲੈਣੇ। ਹੈਲੋ। ਹਾਂਜੀ ਮੈਂ ਏਅਰ ਤੇ, ਤੁਸੀਂ ਏਅਰ ਤੇ ਹੋ ਜੀ? ਜੀ ਜੀ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਦਾਸ ਜਗਮੇਲ ਸਿੰਘ ਖਾਲਸਾ ਓਲੀਵਰ ਪਛਾਣ ਲਿਆ ਜੀ? ਪਛਾਣਿਆ ਤੁਹਾਨੂੰ ਖਾਲਸਾ ਜੀ। ਵਾਹਿਗੁਰੂ ਦੀ ਕਿਰਪਾ ਨਾਲ ਚਾਵਲਾ ਸਾਹਿਬ ਤੁਹਾਡਾ ਰੇਡੀਓ ਜਿਹੜੇ ਲੱਖਾਂ ਲੋਕ ਸੁਣ ਰਹੇ ਆ ਔਰ ਪੱਟੀ ਸਾਹਿਬ ਨੂੰ ਦੇਖ ਕੇ ਤਾਂ ਰੂਹ ਖੁਸ਼ ਹੋ ਜਾਂਦੀ ਹੈ, ਖਿੜ ਜਾਂਦੀ ਹੈ ਕਿਉਂਕਿ ਉਹ ਗੱਲਾਂ ਕਹਿਣੀਆਂ ਸੱਚੋ ਸੱਚ ਜਿਹੜਾ ਕਿ ਜੀ ਲਕੋ ਲੈਂਦੇ। ਇੱਥੇ ਲਕੋ ਵਾਲੀ ਗੱਲ ਕੋਈ ਨਹੀਂ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸਾਡੇ ਯੋਧੇ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ ਸਾਬਤਾ ਬੱਕਰਾ ਛਕ ਜਾਂਦੇ ਸੀ। ਜਿਹੜੇ ਹੁਣ ਦੇ ਸਿਆਸੀ ਲੀਡਰ ਆ ਨਾ ਸਾਡੇ ਇੰਡੀਆ ਦੇ, ਉਹ ਬੱਕਰੇ ਦੇ ਭਾਰ ਦੇ 2-2 ਹਜ਼ਾਰ ਰੁਪਏ ਦੇ ਨੋਟ ਉਹ ਮਹੀਨੇ 'ਚ ਛਕ ਜਾਂਦੇ ਨੇ। ਨਹੀਂ ਇਹ ਮੁਗਦਾਰ ਖਾਂਦੇ, ਮੁਗਦਾਰ ਛਕਦੇ ਮੁਗਦਾਰ। ਬਸ ਫਿਰ ਉਹ ਦੇਖ ਲਓ ਬਈ ਉਹ ਇੰਨਾ ਕੋਈ ਛਕ ਜਾਂਦੇ ਆ ਤੇ ਲੋਕਾਂ ਦੀ ਭਲਾਈ ਕਿੱਥੇ ਹੋਊਗੀ। ਹੁਣ ਆਈ ਗੱਲ ਕੋਬਰੇ ਦੀ ਜੀ। ਉਹ ਕੋਬਰਾ ਜਿਹੜਾ ਮਿਥਨ ਚੱਕਰਵਰਤੀ ਉਹ ਮੋਦੀ ਦੇ ਲੜ ਗਿਆ, ਮੋਦੀ ਦੱਸ ਗਿਆ। ਮੋਦੀ 'ਚ ਇੰਨੀ ਜ਼ਹਿਰ ਹੈ ਕਿ ਮੋਦੀ ਦੀ ਜ਼ਹਿਰ ਨਾਲ ਕੋਬਰਾ ਮਰ ਗਿਆ। ਉਹ ਹੁਣ ਦੋਨੋਂ ਮਰ ਗਏ ਤਾਂ ਰਿਹਾ ਕੁਛ ਨਹੀਂ। ਤੇ ਉੱਥੇ ਮਮਤਾ ਬੈਨਰਜੀ ਦੀ ਲਲਕਾਰ ਨੇ ਉਹ ਸਾਰੇ ਲੰਮੇ ਪਾਤੇ। ਹੁਣ ਦੇਖ ਲਓ ਬਈ ਉਹ ਗਵਰਨਰੀ ਰਾਜ ਵੱਲ ਲਵਾਉਣ ਨੂੰ ਤੁਲੇ ਹੋਏ ਆ। ਬਸ ਅਬ ਤੇਰਾ ਕਿਆ ਹੋਗਾ ਕੋਬਰਾ। ਕੋਬਰਾ ਕਿਆ। ਬਹੁਤ ਤੁਹਾਡਾ ਧੰਨਵਾਦ। ਹਾਂਜੀ ਪਾਟੀ ਸਾਹਿਬ। ਖਾਲਸਾ ਜੀ ਤੁਹਾਡੀ ਗੱਲ ਠੀਕ। ਉਹਦੀ ਲਲਕਾਰ ਨਹੀਂ, ਉਹਦੀ ਦਹਾੜ ਆ ਜੀ। ਕੋਬਰਾ ਉਹ ਸ਼ੇਰ ਵਾਂਗੂ ਦਹਾੜੀ ਆ। ਸਭ ਤੋਂ ਪਹਿਲਾਂ ਜਦੋਂ ਅਜੇ ਇਲੈਕਸ਼ਨ ਹੋਣੀ ਸੀ ਉਦੋਂ ਠਾਕਰੇ ਨੇ ਉਹਨੂੰ ਸ਼ੇਰ ਕਿਹਾ ਸੀ। ਸ਼ੇਰ ਕਿ ਬੰਗਾਲ ਦੀ ਸ਼ੇਰ ਨਹੀਂ, ਸ਼ੇਰ ਆਓ। ਕੱਲੀ ਵੇਖ ਲੋ ਇੰਨੇ ਬੰਦਿਆਂ ਲੜਦੀ ਰਹੀ, ਬਘਿਆੜਾ ਨਾਲ, ਚੀਤਿਆਂ ਨਾਲ, ਸ਼ੇਰ ਇਹਨੇ ਦਾਖੇ ਕੱਲੀ ਲੜਦੀ ਰਹੀ। ਕੱਲੀ ਲੜ ਕੇ ਦੇਖੋ ਉਸ ਟਾਈਮ ਦੇ ਉੱਤੇ ਜਦੋਂ ਉਹਦੀ ਕਰੀਮ ਜਿਹੜੀ ਸਾਰੀ ਸੀ ਉਹ ਛੱਡ ਕੇ ਚਲੀ ਗਈ ਉਹਨੂੰ। ਉਹਨੇ ਦੂਜੀ ਕਤਾਰ ਦੇ ਲੀਡਰ ਅੱਗੇ ਲਿਆ ਕੇ ਇਲੈਕਸ਼ਨ ਲੜੀ ਤੇ ਜਿੱਤ ਪ੍ਰਾਪਤ ਕੀਤੀ। ਜਿਹੜੇ ਛੱਡ ਕੇ ਉਹਨਾਂ ਦੇ ਪੱਲੇ ਕੀ ਰਿਹਾ? ਪੱਲੇ ਕੀ ਰਿਹਾ? ਬਿਲਕੁਲ 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 ਬਿਲਕੁਲ। ਉਹਨਾਂ ਨੂੰ ਆਉਣ ਵਾਲੇ ਸਮਿਆਂ 'ਚ ਉਹਨਾਂ ਦੇ ਪੁੱਤ ਨੇ ਜੁੱਤੀਆਂ ਮਾਰਨੀਆਂ ਵੀ ਤੁਸੀਂ ਉਹਦੇ ਪੁੱਤ ਛੱਡ ਕੇ ਕਿਉਂ ਆਏ ਸੀ। ਜੇ ਅਸਲੀ ਹੋਣਗੇ ਤੇ ਫੇਰ ਹੀ ਮਾਰਨਗੇ ਨਾ। ਮਾਰਨਗੇ ਜੀ, ਚਿੰਤਾ ਨਾ ਕਰੋ ਜੀ। ਬੜੇ ਬੱਚੇ ਉਹ ਕਹਿ ਦਿੰਦੇ ਵੀ ਤੁਸੀਂ ਇਹ ਗਲਤੀ ਕੀਤੀ ਹੈ, ਕਿਉਂ ਕੀਤੀ? ਨਹੀਂ ਚਲੋ ਗੱਲ ਤੇ ਆ ਨਾ ਵੀ ਜੇ ਪਿਓ ਪਰ ਪੂਤ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ। ਹਾਂਜੀ ਵੀ ਜੇ ਪਿਓ ਦੀ ਔਲਾਦ ਹੋਣਗੇ ਤੇ ਫੇਰ ਤਾਂ ਨਹੀਂ। ਤੇ ਜੇ ਫਿਰ ਮਤਲਬ ਕਹਿਣ ਤੋਂ ਮੇਰਾ ਭਾਵ ਕਿ ਜੇ ਵਾਕਈ ਅਸਲੇ ਦੇ ਹੋਣਗੇ ਫੇਰ ਤੇ ਮਾਰਨਗੇ ਵੀ ਪਾਰਟੀ ਕਿਉਂ ਛੱਡ ਕੇ ਗਿਆ। ਬਿਲਕੁਲ ਜੀ ਬਿਲਕੁਲ। ਭਾਵੇਂ ਉਹ ਗੱਲ ਬਾਹਰ ਨਾ ਨਿਕਲੇ, ਉਹਨਾਂ ਦੇ ਘਰ 'ਚ ਵੀ ਗੱਲ ਜ਼ਰੂਰ ਰਹੀ ਹੋਊਗੀ ਵੀ ਤੁਸੀਂ ਗਲਤੀ ਕੀਤੀ, ਪਾਰਟੀ ਛੱਡ। ਮੈਂ ਤੁਹਾਡੇ ਨਾਲ ਅੱਗੇ ਵੀ ਗੱਲ ਕੀਤੀ ਵੀ ਉੱਥੇ ਔਰਤਾਂ ਬੜੀਆਂ ਸੁਚੇਤ ਨੇ। ਜੇ ਮਮਤਾ ਜਿੱਤੀ ਹੈ ਤੇ ਔਰਤਾਂ ਦੇ ਸਾਥ ਨੇ ਜਿੱਤੀ ਹੈ। 40% ਔਰਤਾਂ ਨੇ ਵੋਟਾਂ ਸਿੱਧੇ ਰੂਪ 'ਚ ਪਾਈਆਂ ਮਮਤਾ ਨੂੰ, ਇਕੱਠੀਆਂ ਹੋ ਕੇ ਵੀ ਨਹੀਂ ਮਮਤਾ ਨੂੰ ਵੋਟਾਂ ਪਾਉਣੀਆਂ। ਵੇਖੋ ਕੋਈ ਵੀ ਸਰਕਾਰ ਲੈ ਲਓ, ਰੱਬ ਨਹੀਂ ਕਿਸੇ ਨੂੰ ਸੈਟੀਸਫਾਈ ਕਰ ਸਕਦਾ। ਸਰਕਾਰ ਨੇ ਸੈਟੀਸਫਾਈ ਨੂੰ ਕਿੱਥੋਂ ਕਰਨਾ? ਕੋਈ ਨਾ ਕੋਈ ਕਿਤੇ ਕਤਾਈ ਰਹਿ ਜਾਂਦੀ। ਲੇਕਿਨ ਫਿਰ ਵੀ ਉਹ ਲੋਕ ਕਹਿੰਦੇ ਵੀ ਸਾਡੇ ਵਾਸਤੇ ਮਮਤਾ ਨੇ ਬਹੁਤ ਕੁਛ ਕੀਤਾ। ਅਜੇ ਲਾਲ ਕਿਲੇ ਵਾਲਿਆਂ ਦਾ ਬੀੜਾ ਗਰਕ ਨਾ ਹੁੰਦਾ ਤੇ ਜਿਹੜੀਆਂ ਤਖਤ ਸੀਟਾਂ ਖੜੀਆਂ ਨਾ ਤੇ 50 ਦਾ ਅੰਕੜਾ ਟੱਪਦੇ ਬੀਜੇਪੀ ਵਾਲੇ। ਲਾਲ ਕਿਲੇ ਵਾਲੇ ਜਿਹੜੇ ਕੱਲ ਤੱਕ ਬੀਜੇਪੀ ਨੂੰ ਗਾਲਾਂ ਕੱਢਦੇ ਸੀ, ਉਹਨਾਂ ਵੋਟਾਂ ਪਾਈਆਂ ਖਲੋ ਕੇ ਉਹਨੂੰ ਤੇ ਅਸੀਂ ਬੀਜੇਪੀ ਦੇ ਨਾਲ ਖੜੇ। ਅਸੀਂ ਮਮਤਾ ਨੂੰ ਰੋਣਾ। ਮਮਤਾ ਨੇ ਸਾਡਾ 2011 ਕਿਲਾ ਢਾਇਆ ਸੀ, ਇੱਥੇ ਇਹਨੂੰ ਰੋਣਾ ਸੀ। ਲੇਕਿਨ ਉਹ ਫੇਰ ਨਹੀਂ ਹਰੀ, ਫਿਰ ਉਹ ਜਿੱਤ ਗਈ। ਚਲੋ ਹੁਣ ਪੰਜਾਬ ਦੀ ਗੱਲ ਲੈ ਲਓ ਤੁਸੀਂ।
ਪੰਜਾਬ ਦੇ ਵਿੱਚ ਮਦਨ ਮੋਹਨ ਮਿੱਤਲ ਨੇ ਕਹਿ ਦਿੱਤਾ ਵੀ ਪੰਜਾਬ ਦੇ ਵਿੱਚ ਅਸੀਂ 350 ਉਮੀਦਵਾਰ ਆਪਣੇ ਜਿਹੜੇ ਨਾ ਸੰਭਾਵੀ ਉਮੀਦਵਾਰ ਪੈਦਾ ਕਰ ਲਏ ਆ। ਅੱਛਾ, 117 ਹਲਕਿਆਂ ਦੇ ਵਿੱਚ ਅਸੀਂ ਜਿਹੜੀ ਆਪਣੇ ਉਮੀਦਵਾਰ ਖੜੇ ਕਰਨੇ। ਜੇ ਬੰਗਾਲ ਦੇ ਵਿੱਚ 3 ਸੀਟਾਂ ਤੋਂ 70 ਲੈ ਸਕਦੇ ਤੇ ਇੱਥੇ 18 ਤੋਂ 60 ਨਹੀਂ ਲੈ ਸਕਦੇ। ਤੇ ਪੰਜਾਬ ਦੇ ਵਿੱਚ ਜਿੱਦਾਂ ਉੱਥੇ ਮੋਦੀ ਸਾਹਿਬ ਗਏ ਨੇ, ਸ਼ਾਹ ਜੀ ਗਏ ਨੇ, ਨੱਡਾ ਜੀ ਗਏ ਨੇ, ਸਾਡੇ ਹੋਰ ਲੀਡਰ ਗਏ ਨੇ, ਬਾਕੀ ਮੁੱਖ ਮੰਤਰੀ ਸਾਰੇ ਇੱਥੇ ਪ੍ਰਚਾਰ ਕਰਨ ਵਾਸਤੇ ਆਉਣਗੇ। ਅਸੀਂ ਐਤਕੀ ਪੰਜਾਬ ਤੇ ਕਬਜ਼ਾ ਕਰਨਾ ਜੋ ਮਰਜ਼ੀ ਹੋ ਜੇ। ਅਸੀਂ ਵੋਟਾਂ ਜਿਹੜੀਆਂ ਟਿਕਟਾਂ ਸਿਰਫ ਇੱਕ ਧੜੇ ਨੂੰ ਨਹੀਂ, ਅਸੀਂ ਦਲਿਤਾਂ ਨੂੰ ਦੇਵਾਂਗੇ, ਔਰਤਾਂ ਨੂੰ ਦੇਵਾਂਗੇ, ਨੌਜਵਾਨਾਂ ਨੂੰ ਦੇਵਾਂਗੇ, ਵਿਦਿਆਰਥੀਆਂ ਨੂੰ ਦੇਵਾਂਗੇ, ਸਾਰਿਆਂ ਨੂੰ ਟਿਕਟਾਂ ਦੇਵਾਂਗੇ। ਉਹਨੇ ਕੱਲ ਬੜੀ ਦਹਾੜ ਮਾਰੀ ਗੱਲ ਆਪਣੇ ਮਦਨ ਮੋਹਨ ਮਿੱਤਲ ਨੇ ਵੀ ਤਿਆਰੀ ਕਰ ਲਓ ਬਸ 2021 ਜਿੱਥੇ ਜਿਹੜਾ ਵਾ ਸਾਡਾ ਜਿਹੜਾ ਪਰਚੇ ਭਗਾ ਚੌਂਕ ਡਿੱਗੇ ਪੰਜਾਬ ਦੇ ਵਿੱਚ। ਸਿੱਖ ਰਾਜ ਦੇ ਕਿੰਗਰੇ ਢਹਿੰਦੇ ਹੋਏ ਦੇਖੇ ਸਨ ਨਾ ਸ਼ਾਮ ਸਿੰਘ ਅਟਾਰੀ ਦੀ ਆਖਰੀ ਲੜਾਈ ਜੀ। ਤੇ ਚਲੋ ਬਾਬੇ ਬਾਦਲ ਨੇ ਅਮਰਵੇਲ ਲਾਈ। ਬਾਬੇ ਬਾਦਲ ਦੇ ਰਹਿੰਦੇ ਸੰਸਾਰ ਦੇ ਉੱਤੇ ਪੰਜਾਬ 'ਚ ਭਾਜਪਾ ਆ ਜਾਵੇ ਤੇ ਵਧੀਆ ਗੱਲ ਆ। ਦੇਖੋ ਜੀ ਉਹਦਾ ਦਹਾੜ ਤੇ ਕੱਲ ਆਈ ਹੈ ਲਲਕਾਰਿਆ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਗੈਰ ਭਾਜਪਾ ਪੰਜਾਬ ਦੇ ਵਿੱਚ ਆਵੇ ਤੇ ਬਾਬਾ ਬਾਦਲ ਉਹਨਾਂ ਨੂੰ ਵਧਾਈ ਦੇਵੇ। ਸਭ ਤੋਂ ਵੱਡੀ ਖਬਰ ਇਹ ਹੋਊਗੀ ਉਸ ਵਕਤ। ਹਾਂਜੀ ਜੀ ਜੀ। ਤੇ ਇਹ ਇੱਕ ਕਾਮਯਾਬੀ ਹੋਊਗੀ ਉਹਨਾਂ ਦੀ ਬਾਦਲ ਦੀ ਕਿ ਬਹੁਤ ਵੱਡਾ ਉਹਨਾਂ ਨੇ ਬੂਟਾ ਲਾਇਆ ਸੀ। ਤੇ ਜਦੋਂ ਹੱਥੀਂ ਬੂਟਾ ਲਾਇਆ ਹੋਵੇ ਤੇ ਉਹਨੂੰ ਜਦੋਂ ਫਲ ਲੱਗਦੇ ਹੋਣ ਤੇ ਮਾਲੀ ਨੂੰ ਜਿਹੜਾ ਹੈ ਨਾ ਬਹੁਤ ਜ਼ਿਆਦਾ ਸਕੂਨ ਮਿਲਦਾ। ਚਾਵਲਾ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ। ਫਲ ਭਾਵੇਂ ਉਹਨੂੰ ਖਾਣ ਨੂੰ ਮਿਲੇ ਚਾਹੇ ਨਾ ਮਿਲੇ, ਜਦੋਂ ਉਹ ਸਿੰਜਦਾ ਨਾ ਬੂਟੇ ਨੂੰ, ਬੂਟਾ ਜਵਾਨ ਹੁੰਦਾ ਤੇ ਮਾਲੀ ਦੇ ਚਿਹਰੇ ਵੇਖਣ ਵਾਲੇ ਹੁੰਦੇ ਨੇ। ਬਿਲਕੁਲ। ਉਹ ਆਸੇ ਪਾਸਿਓਂ ਕੋਈ ਜਾਨਵਰ, ਕੋਈ ਬਗਿਆੜ, ਕੋਈ ਕੁੱਤਾ ਬਿੱਲਾ ਲਾਗੇ ਨਹੀਂ ਆਉਣ ਦਿੰਦਾ ਕਿ ਬੂਟੇ ਨੂੰ ਤੰਗ ਨਾ ਕਰੀ, ਬੂਟਾ ਮੈਂ ਮਿਹਨਤ ਨਾਲ ਲਾਇਆ। ਤੇ ਜਦੋਂ ਬੂਟੇ ਨੂੰ ਫਲ ਲੱਗਦੇ ਨੇ ਫਿਰ ਉਹਦਾ ਮਾਲਕ ਜਿਹੜਾ ਵਾ ਉਹ ਠੇਕਾ ਕਿਸੇ ਹੋਰ ਨੂੰ ਦੇ ਦਿੰਦਾ ਤੇ ਉਹ ਮਾਲੀ ਵਿਚਾਰਾ ਉਹੀ ਫਲ ਜਿਹੜਾ ਰੇਹੜੀ ਤੇ ਜਾ ਕੇ ਮੁੜ ਕੇ ਜਦੋਂ ਖਰੀਦ ਕੇ ਆਪਣੇ ਬੱਚਿਆਂ ਨੂੰ ਦੱਸਦਾ ਨਾ ਕਿ ਫਲਾਣੇ ਬਾਗ ਦਾ ਫਲ ਆ, ਮੈਂ ਲਾਇਆ ਇਹ ਬੂਟਾ। ਤੇ ਬਾਪੂ ਵੱਲ ਬੱਚੇ ਵੇਖਦੇ ਨੇ, ਬਾਪੂ ਵਾਹ ਤੇਰੀ ਕਿਸਮਤ। ਇਹ ਗੱਲਾਂ ਦੂਰ ਦੀਆਂ ਨੇ, ਸ਼ਾਇਦ ਤੁਸੀਂ ਸਮਝਦੇ ਹੋ, ਬਾਕੀ ਵੀ ਸਮਝਦੇ। 2014 ਦੇ ਵਿੱਚ ਲੋਕ ਸਭਾ ਦੀ ਜਿਹੜੀ ਚੋਣ ਹੋਈ, ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਤੇ ਪੰਜਾਬ ਦੇ ਲੋਕਾਂ ਨੇ ਕੀ ਕੀਤਾ? ਜਿਹੜਾ ਬੰਦਾ ਪਾਰਲੀਮੈਂਟ 'ਚ ਨਹੀਂ ਗਿਆ ਉਹ ਕੀ ਸੌਰੀ ਕਿਸੇ। ਬਿਲਕੁਲ। ਜੇ ਕਿਤੇ ਉਦੋਂ ਅਰੁਣ ਜੇਤਲੀ ਨੂੰ ਜਿਤਾਇਆ ਹੁੰਦਾ ਤਾਂ ਉਹਦੇ ਕੋਲ ਜਾ ਕੇ ਜਿੰਨੇ ਮਰਜ਼ੀ ਪ੍ਰੋਜੈਕਟ ਲੈਣ ਦਿਓ ਜਿਹੜਾ ਉਹਦੇ ਕੋਲ ਮਹਿਕਮਾ। ਇੱਕ ਸਾਡੇ ਲੋਕਾਂ ਦੀ ਮਾਨਸਿਕਤਾ ਜਿਹੜੀ ਦੂਜੇ ਪਾਸੇ ਬੰਗਾਲ ਦੀ, ਪੰਜਾਬ ਦੀ ਤੇ ਕੇਰਲਾ ਦੀ। ਤੇ ਹੁਣ ਜੇ ਕੋਈ ਭਾਊਆਂ ਤੇ ਜੋਗ ਬਣਾਉਂਦਾ ਵੀ ਪ੍ਰਤਾਪ ਸਿੰਘ ਕੈਰੋਂ ਆਇਆ ਸੀ, ਕਹਿੰਦਾ ਮੰਗ ਲਓ ਭਾਊ, ਤੇ ਭਾਊ ਇਕੱਠੇ ਹੋ ਕੇ ਕਹਿੰਦੇ ਵੀ ਪੱਟੀਓਂ ਅੰਮ੍ਰਿਤਸਰ ਜਾਣਾ ਬੜਾ ਔਖਾ, ਭਾਊ ਇੱਥੇ ਜੇਲ੍ਹ ਬਣਾ ਦੇ। ਤੇ ਗੁੱਸਾ ਤੇ ਆਉਂਦਾ ਵੀ ਸਾਡੇ ਤੇ ਜੋਕ ਬਣਾਉਂਦੇ ਨੇ ਭਾਊਆਂ ਤੇ। ਨਹੀਂ ਜੋਕ ਨਹੀਂ, ਸੱਚਾਈ ਹੈ ਜੀ। ਤੇ ਇਹ ਸੱਚਾਈ ਹੈ ਕਿ ਜੇ ਅਸੀਂ ਆਪਣੇ ਮਤਲਬ ਸੋਚ ਦੇ ਘੋੜੇ ਜਿਹੜੇ ਦੂਰ ਤੱਕ ਦੜਾਉਣੇ ਸ਼ੁਰੂ ਕਰਾਂਗੇ ਫੇਰ ਹੀ ਹੈ ਨਾ। ਬਿਲਕੁਲ। ਐਨੀਵੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਕੁਝ ਹੈ ਬੋਲਣ ਨੂੰ, ਬਹੁਤ ਕੁਝ ਬੋਲਿਆ ਵੀ ਜਾ ਸਕਦਾ ਪਰ ਚਲੋ ਥੈਂਕ ਯੂ। ਕੱਲ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।